अपनी ही सरकार से सवाल चुकने तो बाद अज पिंड बुरजे जवाहर सिंह वाला पहुंचे नवजोत सिद्धू। अकाली वर्करां ते पुलिस विचकार झड़प, सुखबीर बादल समेत अकाली वर्करां ते लाठीचार्ज। पंजाब दे गरीब सीएम साहब पेट्रोल और डीजल दी कीमतां होर घट करो नहीं तां अस्सी करके दिखाइए, हरसिमरत बादल। अहमदनगर के सिविल हस्पताल के आईसीयू च लगी भयानक अग, 10 कोरोना मरीजों की हुई मौत। जवानों नाल दिवाली मनाउण जम्मू कश्मीर पहुंचे पीएम मोदी। मुख्यमंत्री चन्नी ने नवजोत सिद्धू ने दिता ठोकवां जवाब, मैं गरीब जरूर हाँ पर कमजोर नहीं। यूएसए ने इस गुरु घर विच पंजाबियों ने दिवाली ते बने रंग लाए लंगर। अपनी ही सरकार ते सवाल चुकण तो बाद अज पिंड बुरजे जवाहर सिंह वाला पहुंचे नवजोत सिद्धू। पंजाब कांग्रेस प्रधान दे अहुदे तो इस्तीफा वापस लैण दे दूजे दिन अज नवजोत सिंह सिद्धू फरीदकोट जिले दे कस्बा बरगाड़ी तो 5 किलोमीटर दूर पिंड बुरज जवाहर सिंह वाला दे गुरुद्वारा साहिब विखे नतमस्तक होण लई पुजे। पिछले 8 महीनਿਆਂ ਵਿੱਚ ਇਹ ਉਹਨਾਂ ਦਾ ਉੱਥੇ ਦਾ ਦੂਜਾ ਦੌਰਾ ਹੈ। ਸਿੱਧੂ ਬਿਨਾਂ ਕਿਸੇ ਜਾਣਕਾਰੀ ਦੇ ਗੁਰਦੁਆਰਾ ਸਾਹਿਬ ਪੁੱਜੇ ਅਤੇ ਮੱਥਾ ਟੇਕਣ ਉਪਰੰਤ ਪਿੰਡ ਵਾਸੀਆਂ ਨਾਲ ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਵਾਪਸ ਪਰਤ ਗਏ। ਇਸ ਦੀ ਜਾਣਕਾਰੀ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੇ ਦਿੱਤੀ ਹੈ। ਉਹ ਟੈਸਟ ਵੀ ਦੂਜੇ ਹੋਏ ਆ ਦਿੱਲੀ ਵਗੈਰਾ ਜਾਂ ਇਹਦੇ ਨਾਲ ਹੀ ਫਿਰ ਉਹ ਅੰਦਰ ਵੀ ਉਹਨਾਂ ਨੂੰ ਲੈ ਕੇ ਨਹੀਂ ਉਹ ਬਾਅਦ ਚ ਉਹ ਬਿੰਦਰੋਂ ਤੋਂ ਪਾਣੀ ਆ ਗਈ ਡਿਪਟੀ ਸੀਐਮ ਸਾਹਿਬ ਵੀ ਆਏ ਸੀ। ਐਲਾਨ ਕੌਣ ਕਰਕੇ ਗਿਆ ਸੀਗਾ? ਇਹ ਤਕਰੀਰ ਕੋਲ ਕੀਤਾ ਸੀ ਬਿੰਦਰ ਉਹਨਾਂ ਨੂੰ ਵੀ ਤੁਸੀਂ ਕੀਤਾ ਸੀ ਨਾਲ ਹੀ ਬਾਬੇ ਇਹਨਾਂ ਨੂੰ ਨਾਲ ਹੀ ਆਏ ਸੀਗੇ। ਹਾਂਜੀ ਤੇ ਆਪਣਾ ਡਿਪਟੀ ਸੀਐਮ ਸਾਹਿਬ ਵੀ ਸੀਗੇ ਰੰਧਾਵਾ ਸਾਹਿਬ। ਹਾਂ ਪੂਰਾ ਨਾਮ ਕੀ ਬਾਬਾ ਜੀ ਤੋਂ ਮੇਰਾ ਗੋਰਾ ਸਿੰਘ ਹੈ। ਇਸ ਤਰ੍ਹਾਂ ਹੈ ਕਿ ਇਹ ਸਿੱਖ ਕੌਮ ਅਨਿਆਂ ਦੇ ਖਿਲਾਫ ਜਦੋਂ ਲੜੀ ਹੈ ਨਾ, ਤੱਤੀਆਂ ਧਵੀਆਂ ਤੇ ਬੈਠੇ ਹੈ, ਬੰਦ ਕਟਾਏ, ਖੋਪੜੇ ਲਹਾਏ, ਪਰ ਸਿੱਖੀ ਸਿੱਧ ਨਹੀਂ ਚੱਲੀ। ਇਹ ਇੱਥੋਂ ਹੀ ਅਰਦਾਸ ਜਾਣੀ ਹੈ ਔਰ ਪੂਰੀ ਵੀ ਹੋਣੀ ਹੈ। ਇਹ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਡੀ ਤਾਂਘ ਹੈ ਨਾ ਕਿ ਇੱਕ ਮਿਸਾਲੀ ਸਜ਼ਾ ਦਿੱਤੀ ਜਾਵੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਜਗਨਿਆ ਅਪਰਾਧ ਕਰਨ ਦਾ ਸੋਚਿਆ ਵੀ, ਔਰ ਉਹ ਪੀੜ੍ਹੀ ਦਰ ਪੀੜ੍ਹੀ ਐਸੀ ਸਜ਼ਾ ਹੋਵੇ ਕਿ ਪੀੜ੍ਹੀ ਦਰ ਪੀੜ੍ਹੀ ਲੋਕ ਦੇਖਣ ਕਿ ਕੰਬੇ ਆਦਮੀ ਲੇਕਿਨ ਇਹ ਕਰਨ ਦੀ ਸੋਚੇ ਨਾ, ਇਹ ਗੁਰੂ ਨੇ ਆਪੇ ਕਰ ਦੇਣਾ, ਉਹਦੀ ਲੀਲਾ ਹੈ ਔਰ ਇਹ ਹੋਊਗਾ। ਮੇਰੀ ਆਸ ਕਦੇ ਨਹੀਂ ਟੁੱਟੀ। ਤੁਸੀਂ ਵੀ ਅਰਦਾਸ ਕਰਿਓ ਔਰ ਆਉਣ ਵਾਲਾ ਸਮਾਂ ਨੇਤੀ ਕਰਦੇ ਹਾਂ, ਰੋਜ਼ ਕਰਦੇ ਹਾਂ, ਦਸਵੇਂ ਪਾਤਸ਼ਾਹ ਦਾ ਨਾਮ ਲੈ ਕੇ ਨੇਤੀ ਕਰਦੇ ਹਾਂ। ਬਸ ਅਰਦਾਸ 'ਚ ਬਹੁਤ ਤਾਕਤ ਹੈ, ਬਹੁਤ ਤਾਕਤ। ਇਹ ਨਿਆਂ ਦਾ ਪ੍ਰਕਾਸ਼ ਹੋਊਗਾ, ਉਹ ਤਾਂ ਹੋਣਾ ਹੀ ਹੈ ਔਰ ਇਹ ਨਿਆਂ ਦਾ ਪ੍ਰਕਾਸ਼ ਹੋਣਾ ਹੈ ਔਰ ਉਹਨੇ ਇੱਕ ਮਿਸਾਲ ਕਾਇਮ ਕਰਨੀ ਪੀੜ੍ਹੀ ਦਰ। ਵਾਹਿਗੁਰੂ ਜੀ ਕਾ ਖਾਲਸਾ। अकाली वर्करां ते पुलिस विचकार झड़प, सुखबीर बादल समेत अकाली वर्करां ते लाठीचार्ज। पंजाब 'ਚ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਸੰਬੰਧੀ ਅਕਾਲੀ ਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਘੇਰਨ ਪੁੱਜੇ। ਇਸ ਦੌਰਾਨ ਅਕਾਲੀ ਸੁਪਰੀਮੋ ਸੁਖਬੀਰ ਬਾਦਲ ਸਮੇਤ ਅਕਾਲੀ ਵਰਕਰਾਂ ਤੇ ਚੰਡੀਗੜ੍ਹ ਪੁਲਿਸ ਨੇ ਲਾਠੀਚਾਰਜ ਕੀਤਾ। ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਦੇ ਸੈਂਕੜੇ ਵਰਕਰ ਚੰਡੀਗੜ੍ਹ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੇ। ਇਸ ਦੌਰਾਨ ਅਕਾਲੀ ਵਰਕਰਾਂ ਨੇ ਪੁਲਿਸ ਬੈਰੀਕੇਡ ਤੋੜ ਦਿੱਤੇ, ਜਿਸ ਨਾਲ ਪੁਲਿਸ ਤੇ ਅਕਾਲੀ ਵਰਕਰਾਂ 'ਚ ਝੜਪ ਹੋ ਗਈ। ਸੁਖਬੀਰ ਬਾਦਲ ਨੇ ਚੰਨੀ ਸਰਕਾਰ ਤੇ ਦੋਸ਼ ਲਗਾਇਆ ਕਿ ਪੰਜਾਬ 'ਚ ਰੇਤ ਮਾਫੀਆ ਤੇ ਡਰੱਗ ਮਾਫੀਆ ਹਾਵੀ ਹੈ। ਨਵਜੋਤ ਸਿੱਧੂ ਤੇ ਚੰਨੀ ਦਾ ਕੋਈ ਸਟੈਂਡ ਨਹੀਂ ਹੈ। ਹਾਲ ਦੇਖੋ, ਕਾਂਗਰਸ ਦੀ ਸਰਕਾਰ ਤੇ ਯੂਟੀ ਦੀ ਬੀਜੇਪੀ ਸਰਕਾਰ ਕਿਵੇਂ ਰਲ ਮਿਲ ਕੇ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਲੋਕਾਂ ਦੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕਰ ਰਹੇ ਆ। ਹੱਕੀ ਮੰਗਾਂ ਨੂੰ ਲੈ ਕੇ ਲੋਕਾਂ ਕੋਲ ਆਏ ਆ ਹਾਲਾਤ ਤੁਸੀਂ ਦੇਖੋ, ਪੱਗਾਂ ਲਾ ਰਹੇ ਆ, ਬੇਅਦਬੀ ਕਰ ਰਹੇ ਕੇਸਾਂ ਦੀ। ਜਿਹੜੇ ਵਾਅਦੇ ਜਿਹੜੀਆਂ ਅਨਾਉਂਸਮੈਂਟਾਂ ਚੰਨੀ ਸਾਹਿਬ ਨੇ ਕੀਤੀਆਂ ਸੀ, ਅਸੀਂ ਪੁੱਛ ਰਹੇ ਆ ਉਹਨਾਂ ਦਾ ਕੀ ਹੋਇਆ। ਵੱਡੇ ਫਲੈਕਸ ਲੱਗੇ ਸੀ ਕਿ ਗੁਲਾਬੀ ਸੁੰਡੀ ਦਾ ਮੁਆਵਜ਼ਾ ਪੂਰਾ ਦਿੱਤਾ, ਅੱਜ ਕਿਸਾਨ ਰੌਲਾ ਪਾ ਰਹੇ ਆ। ਵੱਡੇ ਵਾਅਦੇ ਕੀਤੇ ਸੀ ਇਹਨਾਂ ਨੇ, ਟਾਈਟਲਰ ਵਰਗੇ ਜਿਨ੍ਹਾਂ ਨੇ ਸਿੱਖਾਂ ਦੀ
ਨਸਲਕੁਸ਼ੀ ਕੀਤੀ, ਕਤਲ ਕੀਤੇ, ਉਹਨਾਂ ਦੀ ਕਾਂਗਰਸ ਪੁਸ਼ਤ ਪਨਾਹੀ ਕਰ ਰਹੀ ਹੈ। ਅਸੀਂ ਉਹਦਾ ਜਵਾਬ ਚੰਨੀ ਤੇ ਸਿੱਧੂ ਤੋਂ ਲੈਣ ਆਏ ਹਾਂ। ਜਿਹੜੇ ਗੜੇਮਾਰੀ ਨਾਲ ਬਾਸਮਤੀ ਤਬਾਹ ਹੋਈ, ਉਹਦਾ ਜਵਾਬ ਲੈਣ ਆਏ ਹਾਂ। ਤੇ ਡੀਜ਼ਲ ਤੇ ਪੈਟਰੋਲ ਤੇ 10-10 ਰੁਪਏ ਘਟਾਉਣ ਬਾਕੀ ਸਟੇਟਾਂ ਨੂੰ, ਅਸੀਂ ਉਹਦਾ ਜਵਾਬ ਲੈਣਾ ਹੈ। ਸਾਨੂੰ ਜਾਣ ਕਿਉਂ ਨਹੀਂ ਦਿੰਦੀ ਪੁਲਿਸ? ਇਹ ਬੀਜੇਪੀ ਤੇ ਕਾਂਗਰਸ ਰਲੀ ਹੋਈ ਹੈ, ਇਹ ਫਿਕਸਡ ਮੈਚ ਚੱਲ ਰਿਹਾ ਹੈ, ਇਹ ਚੱਲਣ ਨਹੀਂ ਦੇਵਾਂਗੇ। ਲਗਾਤਾਰ ਲਿਖਦੇ ਹੋ ਤੁਸੀਂ, ਪ੍ਰੋਟੈਸਟ ਜਿਹੜਾਗਾ ਲਗਾਤਾਰ ਚੱਲ ਰਿਹਾਗਾ, ਲਗਾਤਾਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਣੀ ਤਾਂ ਬੈਰੀਕੇਡਿੰਗ ਕਰਕੇ ਇੱਕ ਰਸਤਾ ਜ਼ਰੂਰ ਰੋਕਣ ਦੀ ਦੇਖ ਸਕਦੇ ਹੋ ਕਿ ਤਸਵੀਰਾਂ ਇੱਥੇ ਜਿਹੜਾਗਾ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਬਿਲਕੁਲ ਮੁੱਖ ਮੰਤਰੀ ਦੇ ਘਰ ਦੇ ਬਾਹਰ ਆ ਗਏ ਨੇ। ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਚੰਡੀਗੜ੍ਹ ਪੁਲਿਸ ਦੀ ਵਾਟਰ ਕੈਨਨ ਇੱਥੇ ਪਹੁੰਚ ਚੁੱਕਾ। ਵਿਕਰਮ ਮਜੀਠੀਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਅੱਗੇ ਵਧ ਰਹੇ ਨੇ। ਚੱਲ ਅੱਗੇ ਚੱਲ ਗਏ। ਆ ਤੁਸੀਂ ਤਸਵੀਰਾਂ ਦੇਖ ਰਹੇ ਹੋ, ਅੱਗੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ। ਇਹ ਦਿਖਾਣਾ ਚਾਹਾਂਗਾ ਮੁੱਖ ਮੰਤਰੀ ਦਾ ਨਿਵਾਸ, ਇਹ ਮੁੱਖ ਮੰਤਰੀ ਦਾ ਨਿਵਾਸ ਹੈ। ਉਧਰ ਦੂਜੇ ਪਾਸੇ ਅਕਾਲੀ ਦਲ ਦੇ ਵਰਕਰ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਸਾਰੇ ਬੈਰੀਕੇਡ ਤੋੜ ਕੇ ਇੱਥੇ ਪਹੁੰਚ ਚੁੱਕੇ ਨੇ। ਆਹ ਤਸਵੀਰਾਂ ਤੁਸੀਂ ਦੇਖ ਰਹੇ ਹੋ, ਅਕਾਲੀ ਦਲ ਵਰਕਰਾਂ ਵੱਲੋਂ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ। ਚੰਡੀਗੜ੍ਹ ਪੁਲਿਸ ਨੂੰ ਭੱਜਣਾ ਪਈਆਂ ਹੋਈਆਂ ਤੇ ਤੁਸੀਂ ਦੇਖ ਸਕਦੇ ਹੋ। ਲਗਾਤਾਰ ਸਾਰੇ ਬੈਰੀਕੇਡ ਤੋੜ ਕੇ, ਚੰਡੀਗੜ੍ਹ ਪੁਲਿਸ ਦੇ ਬੈਰੀਕੇਡ ਤੋੜ ਕੇ ਅੱਗੇ ਪਹੁੰਚ ਗਏ ਨੇ। ਚੰਡੀਗੜ੍ਹ ਪੁਲਿਸ ਵੱਲੋਂ ਬਾਜਰਾ ਵਾਟਰ ਕੈਨਨ ਇਸਤੇਮਾਲ ਕਰਨ ਵਾਸਤੇ ਇੱਥੇ ਪਹੁੰਚ ਚੁੱਕੇਗਾ। ਤੁਸੀਂ ਦੇਖ ਰਹੇ ਹੋ ਇਹ ਵਾਟਰ ਕੈਨਨ ਵੀ ਇੱਥੇ ਪਹੁੰਚ ਗਏ। ਨਾਲ ਹੀ ਮੁੱਖ ਮੰਤਰੀ ਦਾ ਨਿਵਾਸ ਹੈ। ਆ ਜਾ ਇੱਧਰ ਆ। ਲਗਾਤਾਰ ਅਸੀਂ ਦੇਖਿਆ, ਤੁਸੀਂ ਦੇਖਿਆ ਕਿ ਲਗਾਤਾਰ ਅਕਾਲੀ ਦਲ ਦੇ ਵਰਕਰ ਹੈਗੇ ਸਾਰੇ ਬੈਰੀਕੇਡ ਤੋੜ ਕੇ ਪਹੁੰਚ ਚੁੱਕੇ ਨੇ। ਚੰਡੀਗੜ੍ਹ ਪੁਲਿਸ ਨੂੰ ਭੱਜਣਾ ਪਈਆਂ ਹੋਈਆਂ ਲਗਾਤਾਰ। ਨਹੀਂ ਜਾ ਸਕਿਆ। ਰਕਾਬਤ ਦੇ ਵਰਕਰ ਜਿਹੜੇ ਹੈਗੇ ਨੇ ਉਹ ਪਹੁੰਚ ਗਏ ਨੇ। ਸੀਐਮ ਤਸਵੀਰਾਂ ਵਾਟਰ ਕੈਨਨ ਦਾ ਇਸਤੇਮਾਲ ਹੋ ਗਿਆ। ਉਧਰ ਮੁੱਖ ਮੰਤਰੀ ਦੇ ਘਰ ਦਾ ਨਿਵਾਸ, ਰਸਤੇ ਉਹ ਦੇਖੋ ਰਸਤੇ। ਚੰਡੀਗੜ੍ਹ ਪੁਲਿਸ ਨੂੰ ਪਈਆਂ ਭੱਜਣਾ। ਇਹ ਅਕਾਲੀ ਦਲ ਦੇ ਰੱਸਾ ਲਗਾ ਕੇ ਰਸਤੇ ਬੰਦ ਕਰ ਦਿੱਤੇ ਗਏ ਨੇ ਤਾਂ ਜੋ ਰਸਤਾ ਰੋਕਿਆ ਜਾ ਸਕੇ। ਤਾਂ ਦੇਖ ਸਕਦੇ ਹੋ, ਇਧਰਲੀ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਲਾਠੀ ਚਾਰਜ ਕੀਤਾ ਜਾ ਰਿਹਾ ਹੈ। ਵਰਕਰਾਂ ਨੂੰ ਪਿੱਛੇ ਖਿੱਚ ਕੇ ਪਿੱਛੇ ਧੱਕਿਆ ਜਾ ਰਿਹਾ। ਇਹ ਤਸਵੀਰਾਂ ਬਹੁਤ ਅਹਿਮ ਤਸਵੀਰਾਂ ਨੇ ਜਦੋਂ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਲਾਠੀ ਚਾਰਜ ਕੀਤਾ ਗਿਆ। ਅਕਾਲੀ ਦਲ ਦੇ ਵਰਕਰਾਂ ਦੇ ਨਾਲ ਜਿਹੜੇ ਵਰਕਰ ਅੱਗੇ ਨਿਕਲ ਉਹਨਾਂ ਦੇ ਨਾਲ ਲਾਠੀ ਚਾਰਜ ਕੀਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਗਵਾਈ ਕਰ ਰਹੇ ਨੇ ਇਸ ਮਾਰਚ ਦੀ। ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਤਾਂ ਅਕਾਲੀ ਦਲ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਲਾਠੀ ਚਾਰਜ ਵੀ ਕੀਤਾ ਜਾ ਰਿਹਾ ਹੈ ਔਰ ਲਾਠੀ ਚਾਰਜ ਕੀਤਾ ਜਾ ਰਿਹਾ। ਅਕਾਲੀ ਦਲ ਦੇ ਵਰਕਰ ਪਿਛਲੀਆਂ ਤਸਵੀਰਾਂ ਅਕਾਲੀ ਦਲ ਦੇ ਵਰਕਰ ਨੂੰ ਖੰਡਾ ਦਿੱਤਾ ਗਿਆ ਹੈ। ਲਾਠੀ ਚਾਰਜ ਤਾਂ ਅਕਾਲੀ ਦਲ ਦੇ ਵਰਕਰ ਜਿਹੜੇ ਸੀਐਮ ਰੈਸ਼ ਦੇ ਬਾਹਰ ਘਰਾਓ ਕਰਨ ਆਏ ਸੀ ਉਹਨਾਂ ਦੇ ਨਾਲ ਲਾਠੀ ਚਾਰਜ ਕੀਤਾ ਗਿਆ। ਇਸ ਸਮੇਂ ਲਾਠੀ ਚਾਰਜ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ ਜੀ ਤਾਂ ਤਸਵੀਰਾਂ ਦੇਖ ਸਕਦੇ ਹੋ, ਵਰਕਰਾਂ ਦੇ ਨਾਲ ਲਾਠੀ ਚਾਰਜ ਕੀਤਾ ਗਿਆ ਹੈ। ਅਕਾਲੀ ਦਲ ਦੇ ਵਰਕਰਾਂ ਦੇ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਲਾਠੀ ਚਾਰਜ ਕਰਕੇ ਉਹਨਾਂ ਨੂੰ ਖੰਡਾਇਆ ਗਿਆ ਹੈ।
ਤਾਂ ਸੁਖਬੀਰ ਸਿੰਘ ਬਾਦਲ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੁਦ ਐਸਐਸਪੀ ਚੰਡੀਗੜ੍ਹ ਇੱਥੇ ਨੇ। ਤਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਅਕਾਲੀ ਦਲ ਪ੍ਰਦਰਸ਼ਨ ਕਰ ਰਿਹਾ ਸੀ, ਉਸ ਨੂੰ ਲੈ ਕੇ ਅਕਾਲੀ ਦਲ ਪੰਜਾਬ ਦੀ ਜਨਤਾ ਕਿਸਾਨ ਤਰਾਹ ਕਰ ਰਹੇ ਹੈ। ਉਹਨਾਂ ਦੀ ਮੁਆਵਜ਼ਾ ਆਇਆ ਨਹੀਂ। ਚੰਨੀ ਸਾਹਿਬ ਦੀ ਸਰਕਾਰ ਚੁੱਪ ਕਰਕੇ ਬੈਠੀ ਹੈ। ਲੋਕਾਂ ਦੇ 50-50 ਹਜ਼ਾਰ ਰੁਪਇਆ ਕਿੱਲਾ ਨੁਕਸਾਨ ਹੋਇਆ ਪਿਆ ਹੈ ਜੀ। ਤੇ ਆਹ ਕਹਿ ਰਿਹਾ ਕਿੱਲਾ ਅਸੀਂ 10,000 ਦੇਵਾਂਗੇ। ਜਿੱਥੇ ਬਾਸਮਤੀ ਹੈ, ਜਿੱਥੇ ਝੋਨਾ ਹੈ, ਉੱਥੇ ਤਾਂ ਗੱਲ ਹੀ ਨਹੀਂ ਕਰ ਰਹੇ। ਕੋਈ ਗਿਆ ਹੀ ਨਹੀਂ, ਕੋਈ ਅਫਸਰ ਹੀ ਨਹੀਂ ਗਿਆ। ਲੋਕਾਂ ਦੇ ਤੁਸੀਂ ਦੇਖੋ, ਗਰੀਬ ਦੇ ਘਰ ਜਾ ਕੇ ਦੇਖੋ, ਕਿਸਾਨਾਂ ਦੇ ਘਰ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੈ। ਅਗਲੀ ਫਸਲ ਜਿਹੜੀ ਬੀਜ ਨਹੀਂ ਸਕ ਰਹੇ। ਲੋਕਾਂ ਦੀ ਆਵਾਜ਼ ਉਠਾਉਣ ਵਾਸਤੇ ਆਏ ਕਿ ਇਹਨੂੰ ਜਗਾਉਣ ਵਾਸਤੇ ਚੰਨੀ ਨੂੰ ਕਿ ਚੰਨੀ ਸਾਹਿਬ ਮੈਂ ਉਹੀ ਕਹਿ ਰਿਹਾ। ਚੰਨੀ ਸਾਹਿਬ ਡਰਾਮਾ ਕਰਦੇ ਹੋ, ਰਾਤ ਨੂੰ 2 ਵਜੇ ਮਿਲਦੇ ਹੋ ਲੋਕਾਂ ਨੂੰ। ਕਿੱਥੇ ਡਰਾਮਾ ਕਰਨਾ ਛੱਡੋ। ਕਿਸਾਨ ਹੈ, ਕਿਸਾਨਾਂ ਨੂੰ ਜਾ ਕੇ ਮਿਲੋ, ਲੋਕਾਂ ਦੀਆਂ ਤਕਲੀਫਾਂ ਸੁਣੋ। ਟਾਈਟਲਰ ਜਿਹੜਾ ਪੂਰੇ ਕੌਮ ਦਾ ਦੁਸ਼ਮਣ ਹੈ। ਹੁਣ ਚੰਨੀ ਜਾਂ ਨਵਜੋਤ ਸਿੱਧੂ ਚੁਣ ਲੈ, ਪੰਜਾਬ ਚੁਣਨਾ ਹੈ ਕਿ ਟਾਈਟਲਰ ਚੁਣਨਾ ਹੈ। ਗਾਂਧੀ ਪਰਿਵਾਰ ਆਪਣੇ ਦੁਸ਼ਮਣਾਂ ਨੂੰ, ਕੌਮ ਦੇ ਦੁਸ਼ਮਣਾਂ ਨੂੰ, ਜਿਨ੍ਹਾਂ ਨੇ ਹਜ਼ਾਰਾਂ ਭੈਣ ਭਰਾਵਾਂ ਦੇ ਕਤਲੇਆਮ ਕੀਤਾ ਹੈ, ਉਹਨਾਂ ਨੂੰ ਵੱਡੀਆਂ ਪੋਸਟਾਂ ਦੇ ਰਿਹਾ ਤੇ ਚੁੱਪ ਬੈਠੇ। ਡੀਜ਼ਲ ਦੀ ਕੀਮਤਾਂ ਸਾਰਿਆਂ ਨੇ ਘਟਾਤੀਆਂ, ਸਾਰੇ ਸੂਬਿਆਂ ਨੇ ਘਟਾਤੀਆਂ, ਚੁੱਪ ਬੈਠੇ ਹੈ। ਤੇ ਡਰਾਮੇ ਕਰ ਰਹੇ। 2 ਮਹੀਨੇ ਰਹਿ ਗਏ ਇਹਨਾਂ ਦੇ, ਲੋਕੀ ਦੁਖੀ ਹੋਏ ਬੈਠੇ ਆ। ਲੱਗਦਾ ਤੁਹਾਨੂੰ ਕਿ ਟਾਈਮ ਹੀ ਨਹੀਂ ਹੈ ਸ਼ਾਇਦ ਸਰਕਾਰ ਦੇ ਕੋਲ ਪੰਜਾਬ ਦੇ ਮਸਲੇ ਹੱਲ ਕਰਨ ਦੇ? ਕੋਈ ਟਾਈਮ ਨਹੀਂ ਇਹਨਾਂ ਕੋਲੇ। ਆਪਣੇ ਆਪਸ ਦੇ ਮਸਲੇ ਆਪਣੇ ਆਪ ਹੀ ਬੈਠਿਆ, ਆਪਣੀ ਬਸ ਪੈਸੇ ਕਮਾਉਣ ਤੇ ਲੱਗੇ ਆ। ਰੋਜ਼ ਰਾਤ ਨੂੰ 2 ਵਜੇ ਚੰਨੀ ਰਾਤ ਨੂੰ 2 ਵਜੇ ਜਾਗਦਾ ਨਹੀਂ, ਫਾਈਲਾਂ ਕੱਢਦਾ। ਸਾਰਿਆਂ ਨੇ ਦੱਸਿਆ ਵੱਡੇ ਬਿਲਡਰ, ਜਿੰਨੇ ਰੇਤੇ ਮਾਫੀਆ ਹੈ, ਆ ਜਿਹੜਾ ਇਹਨਾਂ ਦਾ ਇੰਚਾਰਜ ਹੈ, ਜਿਹੜਾ ਇਹਨਾਂ ਦਾ ਕਾਂਗਰਸ ਦਾ ਇੰਚਾਰਜ ਰਾਜਸਥਾਨ ਤੋਂ ਆਇਆ, ਸਭ ਤੋਂ ਵੱਡਾ ਸੈਂਡ ਮਾਫੀਆ ਕੰਟਰੋਲ ਉਹ ਕਰ ਰਿਹਾ। ਤੁਸੀਂ ਕਿਸੇ ਨੂੰ ਮਰਜ਼ੀ ਜਾ ਕੇ ਪਤਾ ਕਰ ਲਓ। एकजुट भी नहीं कर पाए अजे तक। एकजुट भी नहीं कर पाए। अच्छा होर दसा, एक ना DAP है किसी कोले, ना DAP ਤੇ ਯੂਰੀਆ ਜਿਹੜੀ ਕਣਕ ਵਾਸਤੇ ਜ਼ਰੂਰੀ ਹੈ ਉਹ ਵੀ ਹੈ ਨਹੀਂ। ਨਾ ਰੇ ਹੈ, ਨਾ ਮੁਆਵਜ਼ਾ ਹੈ, ਨਾ ਮੁਆਵਜ਼ਾ ਹੈ, ਤੇ ਨਾ ਆਪਣਾ ਇੱਥੇ ਡੀਜ਼ਲ ਦੀ ਰੇਟ ਘਟਾਈ ਹੈ। ਕਰ ਕੀ ਰਹੇ ਆ? ਲੜੀ ਜਾਂਦੇ ਰੋਜ਼। ਸਿੱਧੂ ਕਹਿੰਦਾ ਇਹਨੂੰ DGP ਨੂੰ ਲਾਓ, ਮੈਂ ਫਿਰ ਜਾਊਂਗਾ AG ਨੂੰ ਲਾਓ। ਤੇ ਚੀਫ ਮਿਨਿਸਟਰ ਦਿੱਲੀ ਹਰ 5 ਮਿੰਟ ਬਾਅਦ ਦਿੱਲੀ ਚਲੇ ਜਾਂਦਾ ਹੈ ਪੁੱਛਣ ਵਾਸਤੇ, ਦੱਸੋ ਕਰਾਂ ਕੀ। ਸਿੱਧੂ ਸਾਹਿਬ ਆਪਣੀ ਹਾਈ ਕਮਾਂਡ ਨੂੰ ਬਲੈਕਮੇਲ ਕਰ ਰਹੇ ਨੇ ਕਿ ਤੇਲ ਦੇ ਰੇਟ ਜਿਹੜੇ ਘੱਟ ਕੀਤੇ ਆ, ਟੈਕਸ ਘਟਾਇਆ ਜਾ ਸਕਦਾ। ਮਨਪ੍ਰੀਤ ਬਾਦਲ ਨੇ ਸੰਕੇਤ ਦਿੱਤੇ। ਘੱਟ ਤੋਂ ਘੱਟ 10 ਰੁਪਏ ਪੈਟਰੋਲ। ਤੁਹਾਨੂੰ ਲੱਗਦਾ ਕਿ ਘਟੇਗਾ? ਘਟਾਉਣਾ ਚਾਹੀਦਾ, ਪੈਣਾ ਇਹਨਾਂ ਨੂੰ। ਲੋਕੀ ਘਟਾਉਣਗੇ, ਇਹਨਾਂ ਦਾ ਜੀ ਨਹੀਂ ਕਰਦਾ, ਪਰ ਪ੍ਰੈਸ਼ਰ ਘਟਾਊਗਾ ਇਹਨਾਂ ਦੇ। ਵਿਧਾਨ ਸਭਾ ਸੈਸ਼ਨ ਜਿਹੜਾ ਇੱਕ ਦਿਨ ਦਾ ਬੁਲਾਇਆ ਜਾ ਰਿਹਾ ਸਪੈਸ਼ਲ, ਆਈ ਕਾਨੂੰਨ ਜਿਹੜੇ ਕਹਿੰਦੇ ਆ ਕਿ ਅਸੀਂ ਵਿਧਾਨ ਸਭਾ ਸੈਸ਼ਨ 'ਚ ਅਸੀਂ ਰੱਦ ਕਰਾਂਗੇ। ਪੁੱਛੋ ਪਿਛਲੇ ਵਿਧਾਨ ਸਭਾ ਸੈਸ਼ਨ 'ਚ ਕੀ ਕੀਤਾ ਤੁਸੀਂ? ਅਸੀਂ ਉਦੋਂ ਕਿਹਾ ਸੀ ਉਹਦਾ ਡਰਾਮਾ ਕਰ ਰਹੇ ਆ, ਤੇ ਫਿਰ ਵੀ ਡਰਾਮਾ ਕਰ ਰਹੇ ਆ। ਇਹਨਾਂ ਦੀ ਸਾਰੀ ਪੋਲਿਟਿਕ ਡਰਾਮਾ। ਹੁਣ 2 ਮਹੀਨੇ ਟਪਾਉਣੇ ਡਰਾਮਾ ਕਰਕੇ। ਜਿਵੇਂ ਵਿਧਾਨ ਸਭਾ ਦੇ ਵਿੱਚ ਸਾਰੇ ਮਸਲਿਆਂ ਤੇ ਦਿਖਾਇਆ ਗਿਆ ਸੀਗਾ, ਟੇਬਲ ਨਹੀਂ ਕੀਤਾ ਸੀਗਾ, ਦਿਖਾਇਆ ਗਿਆ ਸੀਗਾ, ਜੇਬ 'ਚ ਵਾਪਸ ਪਾ ਲਿਆ ਗਿਆ। ਉਹੀ ਲੱਗਦਾ ਕੀਤਾ ਨਾ ਉਹਨਾਂ ਕੋਲੇ ਵਾਈਟ ਪੇਪਰ ਹੈ, ਨਾ ਬਲੈਕ ਪੇਪਰ ਹੈ। ਉਹ ਕੱਲਾ ਨੋਟਾਂ ਦਾ ਪੇਪਰ ਦੇਖਦੇ ਆ ਉਹ ਕੱਲੇ। ਜੋ ਹਾਲਾਤ ਅੱਜ ਪੰਜਾਬ 'ਚ ਹੈ, ਪੰਜਾਬ ਦੇ ਲੋਕੀ ਦੁਖੀ ਹੋਏ ਬੈਠੇ ਆ। ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ। ਸੁਖਬੀਰ ਜੀ, ਅਕਾਲੀ ਦਲ ਕੋਈ ਰੈਜ਼ੋਲੂਸ਼ਨ ਲੈ ਕੇ ਆਏਗਾ ਸੈਸ਼ਨ ਦੌਰਾਨ? ਅਸੀਂ ਅੱਜ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੈ, ਅਸੀਂ ਉੱਥੇ ਮੀਟਿੰਗ ਕਰਾਂਗੇ। ਜੀ ਆਮ ਆਦਮੀ ਪਾਰਟੀ ਦੇ ਬਾਰੇ ਕੀ ਕਹਿਣਾ ਤੁਹਾਡਾ? ਜਿੱਥੇ ਜਿੱਥੇ ਖੜੇ ਹੋ ਕੇ ਵਰ ਕਰਕੇ ਇੱਥੇ ਹੀ ਆਰਾਮ ਨਾਲ ਬੈਠੇ ਕੇ ਫੈਸਲਾ ਕਰੋ। ਅੱਜ ਅਸੀਂ ਸਾਰੇ ਬਹੁਤ ਵੱਡੇ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ, ਜਿਹੜੇ ਪਿਛਲੇ ਸਮਿਆਂ ਦੇ ਵਿੱਚ ਗੁਲਾਬੀ ਸੁੰਡੀ ਦੇ ਨਾਲ ਮਾਲਵੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਨ ਦੀ ਫਸਲ ਦਾ ਹੋਇਆ, ਔਰ ਫਿਰ ਗੜਿਆਂ ਦੀ ਬਾਰਿਸ਼ਬਾਰੀ ਕਰਕੇ ਸਾਰੇ ਪੰਜਾਬ ਦੇ ਵਿੱਚ ਝੋਨੇ ਦਾ, ਆਲੂਆਂ ਦਾ, ਕਮਾਦ ਦਾ, ਹੋਰ ਫਸਲਾਂ ਦਾ ਨੁਕਸਾਨ ਕਿਸਾਨੀ ਦਾ ਹੋਇਆ। ਇੱਕ ਤਾਂ ਉਹਦੇ ਖਿਲਾਫ ਸੰਘਰਸ਼ ਕਰਨ ਵਾਸਤੇ, ਕਿਸਾਨਾਂ ਨੂੰ ਮੁਆਵਜ਼ਾ ਲੈ ਕੇ ਦੇਣ ਵਾਸਤੇ ਅੱਜ ਮੁੱਖ ਮੰਤਰੀ ਦੇ ਘਰ ਪਹੁੰਚੇ ਸੀ। ਲੇਕਿਨ ਅਫਸੋਸ ਹੈ ਕਿ ਇਸ ਮੁੱਖ ਮੰਤਰੀ ਕੋਲ ਪੰਜਾਬ ਦੇ ਲੋਕਾਂ ਵਾਸਤੇ ਕੋਈ ਸਮਾਂ ਨਹੀਂ, ਪੰਜਾਬ ਦੇ ਕਿਸਾਨਾਂ ਵਾਸਤੇ ਕੋਈ ਸਮਾਂ ਨਹੀਂ, ਪੰਜਾਬ ਦੇ ਬਾਕੀ ਵਰਗਾਂ ਵਾਸਤੇ ਕੋਈ ਸਮਾਂ ਨਹੀਂ।
ਜਿਹੜੇ ਲੋਕ ਇਨਸਾਫ ਲੈਣ ਵਾਸਤੇ ਆਪਣੇ ਹੱਕ ਲੈਣ ਵਾਸਤੇ ਇੱਥੇ ਪਹੁੰਚੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਡਾਂਗਾ ਮਾਰ ਕੇ ਉਹਨਾਂ ਲੋਕਾਂ ਨੂੰ ਜ਼ਖਮੀ ਕਰਨ ਦਾ ਇਸ ਕਾਂਗਰਸ ਸਰਕਾਰ ਨੇ ਤਹਈਆ ਕੀਤਾ, ਜਿਹਦੀ ਅਸੀਂ ਨਿਖੇਧੀ ਕਰਦੇ ਹਾਂ। ਔਰ ਦੂਸਰਾ ਵੱਡਾ ਮੁੱਦਾ ਜਿਹੜਾ ਜਗਦੀਸ਼ ਟਾਈਟਲ 1984 ਦੇ ਕਤਲੇਆਮ ਦਾ ਦੋਸ਼ੀ, ਜਿਹਨੂੰ ਕਾਂਗਰਸ ਨੇ ਬਹੁਤ ਵੱਡਾ ਅਹੁਦਾ ਦੇ ਕੇ ਆਪਣੀ ਪਾਰਟੀ ਦੇ ਵਿੱਚ ਨਵਾਜਿਆ, ਉਹਦੇ ਖਿਲਾਫ ਵੀ ਅਸੀਂ ਸਾਰਿਆਂ ਨੇ ਅੱਜ ਰਲ ਕੇ ਰੋਸ ਪ੍ਰਗਟ ਕੀਤਾ। ਔਰ ਇਹ ਜਿਹੜੀ ਡੀਏਪੀ ਖਾਦ ਦੀ ਬਹੁਤ ਵੱਡੀ ਕਮੀ ਹੈ, ਪਹਿਲਾਂ ਯੂਰੀਆ ਖਾਦ ਦੀ ਕਮੀ ਸੀ, ਫਿਰ ਡੀਏਪੀ ਦੀ ਕਮੀ ਲੱਗ ਪਈ, ਉਹਦੇ ਖਿਲਾਫ ਵੀ ਅੱਜ ਅਸੀਂ ਸਾਰੇ ਜਿਹੜੇ ਆ ਇਕੱਠੇ ਹੋ ਕੇ ਰੋਸ ਪ੍ਰਗਟ ਕਰਨ ਵਾਸਤੇ ਪਹੁੰਚੇ ਹਾਂ। ਮੈਂ ਸਾਰੀ ਪਾਰਟੀ ਦੀ ਲੀਡਰਸ਼ਿਪ ਦਾ, ਸਾਰੇ ਵਰਕਰ ਸਾਹਿਬਾਨ ਦਾ, ਆਗੂ ਸਾਹਿਬਾਨ ਦਾ, ਯੂਥ ਅਕਾਲੀ ਦਲ ਦਾ, ਐਸਓਆਈ ਦਾ, ਸਾਰੇ ਬਾਕੀਆਂ ਦਾ ਦਿਲ ਤੋਂ ਧੰਨਵਾਦ ਕਰਦਾ, ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਦਰਦ ਲੈ ਕੇ, ਲੋਕਾਂ ਦੇ ਦੁੱਖੜੇ ਲੈ ਕੇ ਅੱਜ ਇਨਸਾਫ ਲੈਣ ਵਾਸਤੇ ਇੱਥੇ ਪਹੁੰਚੇ ਆ। ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ, ਤਾਂ ਜੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਤੁਹਾਡੇ ਨਾਲ ਜਿਹੜੇ ਕੰਮ ਵਾਸਤੇ ਆਪਾਂ ਅੱਜ ਇੱਥੇ ਇਕੱਤਰ ਹੋਏ ਆ, ਉਹਦੇ ਸੰਬੰਧ ਦੇ ਵਿੱਚ ਆਪਣੇ ਵਿਚਾਰ ਵੀ ਰੱਖ ਸਕੇ। ਔਰ ਅੱਜ ਅਸੀਂ ਇਸ ਸਰਕਾਰ ਦੇ ਕੰਨ ਖੋਲ੍ਹਣ ਵਾਸਤੇ ਆਏ ਹਾਂ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਜਨਤਾ ਦੇ ਇੱਕ ਪਾਸੇ ਇੰਨੇ ਵੱਡੇ ਮਸਲੇ ਆ, ਸਾਰੇ ਵਰਗਾਂ ਦੇ ਮਸਲੇ ਆ, ਔਰ ਇਸ ਸਰਕਾਰ ਦੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਨੂੰ ਆਪੋ ਦੇ ਵਿੱਚ ਲੜਨ ਤੋਂ ਸਵਾਏ ਕੋਈ ਨੇ। ਇੱਥੇ ਨਹੀਂ ਆਦੀ, ਇਸ ਕਰਕੇ ਸਾਰੇ ਵੀਰ ਕਰ ਜਾਓ। ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਵੀ ਤੁਹਾਨੂੰ ਸੰਬੋਧਨ ਕਰਨਗੇ। ਭਾਈ ਇਧਰ ਆਓ ਪ੍ਰਧਾਨ ਸਾਹਿਬ, ਭਾਜੀ ਇਧਰ ਚੀਮਾ ਸਾਹਿਬ ਨੂੰ ਅੱਗੇ ਬੁਲਾਓ ਇੱਧਰ ਸਾਰੇ ਕਿਰਪਾ ਕਰਕੇ ਬੈਠੋ ਜੀ, ਬੈਠੋ, ਆ ਕਿਰਪਾ ਕਰਕੇ ਬੈਠੋ, ਸਾਰੇ ਬੈਠੋ ਜੀ, ਬੈਠੋ, ਬਹਿ ਜਾਓ, ਬਹਿ ਜਾਓ, ਬਹਿ ਜਾਓ, ਲੰਮਾ ਟਾਈਮ ਜਾਣਾ, ਬਹਿ ਜਾਓ ਸਾਰੇ, ਆ ਮੇਰੇ ਆਓ, ਆ ਬਹਿ ਜਾਓ, ਸਾਰੇ ਬਹਿ ਜਾਓ, ਬਹਿ ਜਾਓ, ਬਹਿ ਜਾਓ, ਬਹਿ ਜਾਓ ਥੱਲੇ, ਬਹਿ ਜਾਓ, ਬਹਿ ਜਾਓ ਸਾਰੇ, ਬਹਿ ਜਾਓ, ਕਿਰਪਾ ਕਰਕੇ ਬਹਿ ਜਾਓ, ਬਹਿ ਜਾਓ, ਬਹਿ ਜਾਓ।
ਸਾਡੀ ਜੋ ਸੋਚ ਹੈ, ਸਾਡੀ ਮੰਗ ਕੀ ਹੈ ਕਿ ਜਿਹੜੇ ਸੁੰਡੀ ਨਾਲ ਪ੍ਰਭਾਵਿਤ ਨਰਮਾ ਸੀ, ਗੜੇਮਾਰੀ ਕਰਕੇ ਬਾਰਿਸ਼ ਕਰਕੇ ਬਾਸਮਤੀ ਖਰਾਬ ਹੋਈ ਹੈ, ਉਹਨੂੰ 50-50 ਹਜ਼ਾਰ ਰੁਪਈਆ ਮੁਆਵਜ਼ਾ ਦਿਓ। 2000 ਨਾਲ ਨਹੀਂ ਸਰਨਾ। ਵੱਡੀ ਗੱਲ ਹੈ ਜਿਨ੍ਹਾਂ ਨੇ ਜ਼ਮੀਨ ਠੇਕੇ ਤੇ ਲਈ ਹੈ, ਖਰਚਾ ਕੀਤਾ 50,000 ਠੇਕਾ, 15,000 ਖਰਚਾ, 65,000 ਤਾਂ ਖਰਚਾ ਹੋ ਗਿਆ। ਤੇ ਜੇ ਉਹਦਾ ਖਰਚਾ ਨਹੀਂ ਪੂਰਾ ਕਰੋਗੇ ਤੇ ਕੀ ਉਹ ਖੁਦਕੁਸ਼ੀ ਦੇ ਰਾਹ ਤੇ ਨਹੀਂ ਤੁਰਨਗੇ? ਅੱਜ ਖੁਦਕੁਸ਼ੀ ਦੀ ਦਰ ਵੱਧ ਗਈ ਹੈ। ਕਰਜ਼ਾ ਕਿਸਾਨਾਂ ਤੇ 1 ਲੱਖ ਕਰੋੜ ਤੋਂ ਵੱਧ ਗਿਆ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਕਰਕੇ। ਉੱਥੇ ਡੀਏਪੀ ਦੀ ਕਾਲਾ ਬਾਜ਼ਾਰੀ, ਡੀਏਪੀ ਮਿਲ ਨਹੀਂ ਰਹੀ। ਵੈਟ ਪੈਟਰੋਲ, ਅੱਜ ਦੇਸ਼ 'ਚ ਡੀਜ਼ਲ ਪੈਟਰੋਲ ਸਭ ਤੋਂ ਮਹਿੰਗਾ, 10 ਤੋਂ 15,000 ਕਰੋੜ ਦਾ ਮੁਨਾਫਾ ਕਮਾਇਆ। ਜੇ ਮੈਂ ਰਾਹੁਲ ਗਾਂਧੀ ਨੂੰ ਪੁੱਛਦਾ, ਜੇ ਹਿਮਾਚਲ 'ਚ ਇਹ ਮੁੱਦਾ ਹੈ ਮਹਿੰਗਾਈ, ਡੀਜ਼ਲ ਤੇ ਪੈਟਰੋਲ ਦੇ ਮੁੱਦੇ ਨੇ, ਤੇ ਪੰਜਾਬ 'ਚ ਨਹੀਂ ਆ? ਤੁਹਾਡੀ ਸਰਕਾਰਾਂ ਅੱਜ ਵੀ ਵੈਟ ਨਹੀਂ ਘਟਾ ਰਹੀਆਂ ਨੇ। ਉੱਥੇ ਜਗਦੀਸ਼ ਟਾਈਟਲਰ ਨੂੰ, ਜਿਹੜਾ 84 ਦੇ ਕਤਲੇਆਮ ਦਾ ਜ਼ਿੰਮੇਵਾਰ ਹੈ, ਉਹਨੂੰ ਨਵਾਜਣਾ, 34 ਮੈਂਬਰ ਕਮੇਟੀ 'ਚ ਉਹਨੂੰ ਲੈਣਾ। ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਚੰਨੀ ਤੋਂ ਜਵਾਬ ਮੰਗਣ ਆਏ ਆ। ਅਲੀ ਬਾਬਾ 40 ਚੋਰ ਲੁਟੇਰਿਆਂ ਦੀ ਸਰਕਾਰ ਤੋਂ ਹਿਸਾਬ ਲੈਣ ਵਾਸਤੇ ਆਏ ਆ। ਔਰ ਸਾਡਾ ਭਾਵੇਂ ਲਾਠੀਚਾਰਜ ਕਰਨ, ਜੋ ਮਰਜ਼ੀ ਕਰਨ, ਸਾਡਾ ਪ੍ਰਦਰਸ਼ਨ ਜਾਰੀ ਹੈ। ਬੀਐਸਐਫ ਦੇ ਮੁੱਦੇ ਤੇ ਪੰਜਾਬ ਪੁਲਿਸ ਸਟੇਟ ਦੇ ਅਧਿਕਾਰਾਂ ਨੂੰ ਖੋਣ ਦੀ ਗੱਲ ਕੀਤੀ ਆ। ਫਿਕਸਡ ਮੈਚ ਖੇਡ ਰਿਹਾ ਦਿੱਲੀ ਨਾਲ, ਉਹ ਵੀ ਜੱਗ ਜ਼ਾਹਰ ਕਰਨ ਵਾਸਤੇ ਆਏ ਆ। ਜੀ ਅੱਜ ਦਾ ਇਸਤੇਮਾਲ ਵੀ ਹੋਏਗਾ ਕਿ ਜੋ ਮਰਜ਼ੀ ਕਰ ਲੈਣ, ਇਹ ਲੋਕਾਂ ਦੀਆਂ ਭਾਵਨਾ ਨੇ। ਲੋਕਾਂ ਨੂੰ ਰੋਜ਼ ਲਾਠੀਚਾਰਜ ਹੋ ਰਿਹਾ। ਪੱਕੀ ਨੌਕਰੀ ਮੰਗੇ ਤੇ ਲਾਠੀਚਾਰਜ, ਡੀਜ਼ਲ ਪੈਟਰੋਲ ਦੀ ਕੀਮਤ ਘਟਾਉਣ ਦੀ ਗੱਲ ਕਰੇ ਤੇ ਲਾਠੀਚਾਰਜ, ਹਰ ਮੁੱਦੇ ਤੇ ਲਾਠੀਚਾਰਜ ਹੋ ਰਿਹਾ। ਤੇ ਕਈ ਨਵੀਂ ਗੱਲ ਹੈ, ਕੱਚਿਆਂ ਨੂੰ ਪੱਕੇ ਨਹੀਂ ਕਰ ਰਹੇ, ਭੱਤਾ ਨਹੀਂ ਦੇ ਰਹੇ, ਹਰ ਮੁੱਦੇ ਤੇ ਲੜਾਈ ਹੈ। ਬਿਲਕੁਲ ਤੁਸੀਂ ਲਗਾਤਾਰ ਦੇਖ ਰਹੇ ਹੋ ਪਵਨ ਬੈਰੀਕੇਡ ਕੇ ਇਹਦੇ ਬਾਵਜੂਦ ਪਹੁੰਚੇ ਸਹੀ, ਜੋ ਪੁਲਿਸ ਦਾ ਇਸ ਰਵੱਈਆ ਵੇਖਣ ਨੂੰ ਮਿਲਿਆ, ਨਹੀਂ ਗੱਲ ਹੋਣ ਦਿੱਤੀ ਗਈ। ਜੋ ਤੁਸੀਂ ਮੁੱਦਾ ਸੀ ਡੀਜ਼ਲ ਪੈਟਰੋਲ ਕੀਮਤਾਂ ਤੇ, ਅਸੀਂ 3 ਮੁੱਦਿਆਂ ਤੇ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਇੱਕ ਮੁਆਵਜ਼ਾ, ਲੱਖਾਂ ਏਕੜ ਬਰਬਾਦ ਹੋ ਗਏ ਨਰਮੇ ਦੇ, ਝੋਨੇ ਦੇ, ਬਾਸਮਤੀ ਦੇ, ਅੱਜ ਤੱਕ ਮੁਆਵਜ਼ਾ ਨਹੀਂ ਆਇਆ। ਤੇ ਜਿਹੜਾ ਨਰਮੇ ਵਾਸਤੇ ਦਿੱਤਾ 12,000 ਰੁਪਏ ਬਹੁਤ ਹੀ ਘੱਟ ਦਿੱਤਾ ਹੈ। 50-60 ਹਜ਼ਾਰ ਰੁਪਏ ਏਕੜ ਤਬਾਹ ਹੋ ਗਿਆ, ਪਰ ਵਿਚਾਰੇ ਕਿਸਾਨ ਕੋਲੇ 12,000 ਨਾ ਕੀ ਹੋਊਗਾ? ਝੋਨੇ ਦੇ ਤੇ ਨਰਮੇ ਆਪਣਾ ਬਾਸਮਤੀ ਦਾ ਦਿੱਤਾ ਹੀ ਨਹੀਂ, ਅਨਾਉਂਸ ਹੀ ਨਹੀਂ ਕੀਤਾ। ਦੂਜੀ ਗੱਲ, ਅੱਜ 84 ਦੇ 37 ਸਾਲ ਹੋ ਗਏ। ਹਜ਼ਾਰਾਂ ਸਿੱਖ ਭੈਣ ਭਰਾਵਾਂ ਨੇ ਗਾਂਧੀ ਪਰਿਵਾਰ ਦੇ ਕਹਿਣ ਤੇ ਕਾਂਗਰਸੀਆਂ ਨੇ ਕਤਲ ਕੀਤਾ, ਤੇ ਜਿਨ੍ਹਾਂ ਤੋਂ ਕਤਲ ਕਰਾਇਆ ਉਹਨਾਂ ਨੂੰ ਵੱਡੇ ਸਨਮਾਨਿਤ ਕਰ ਰਹੀ ਹੈ ਕਾਂਗਰਸ। ਮੈਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ, ਇਹਨਾਂ ਦੇ ਪ੍ਰਧਾਨ ਨੂੰ, ਇਹਨਾਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ, ਤੁਸੀਂ ਪੰਜਾਬ ਨਾਲੋਂ, ਸਿੱਖ ਪੰਥ ਨਾਲੋਂ ਜਾਂ ਗਾਂਧੀ ਪਰਿਵਾਰ ਨਾਲੋਂ ਇੰਨੀ ਤੁਹਾਡੇ ਕੋਲ ਜ਼ਮੀਨ ਮਰ ਗਈ ਹੈ ਕਿ ਤੁਸੀਂ ਆਵਾਜ਼ ਨਹੀਂ ਉਠਾ ਸਕਦੇ? ਆਪਣੇ ਗਾਂਧੀ ਪਰਿਵਾਰ ਦੀ ਕੁਰਸੀ ਬਚਾਉਣ ਵਾਸਤੇ ਤੁਸੀਂ ਗਾਂਧੀ ਪਰਿਵਾਰ ਨੂੰ ਨਹੀਂ ਕਹਿ ਸਕਦੇ ਕਿ ਟਾਈਟਲਰ ਨੇ, ਜਿਹਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ, ਉਹਨੂੰ ਕਿਉਂ ਸਨਮਾਨਿਤ ਕੀਤਾ? ਕੁਰਸੀ ਬਚਾਉਣ ਦੇ ਆ ਨਵਜੋਤ ਸਿੱਧੂ ਏਜੀ ਦਾ ਤਾਂ ਵੱਡਾ ਸਟੈਂਡ ਲਈ ਬੈਠਾ ਹੈ, ਡੀਜੀਪੀ ਦਾ ਸਟੈਂਡ ਲਈ ਬੈਠਾ ਹੈ, ਟਾਈਟਲਰ ਦਾ ਸਟੈਂਡ ਕਿਉਂ ਨਹੀਂ ਲੈਂਦਾ? ਜੇ ਹਿੰਮਤ ਆ ਨਵਜੋਤ ਸਿੱਧੂ ਨੂੰ ਟਾਈਟਲਰ ਦਾ ਸਟੈਂਡ ਲੈ ਗਾਂਧੀ ਪਰਿਵਾਰ ਸਾਹਮਣੇ। ਜਿਸ ਤਰੀਕੇ ਨਾਲ ਅਸੀਂ ਬੰਟੀ ਰਮਾਣਾ ਦੇ ਕੁੜਤਾ ਪੂਰੀ ਤਰ੍ਹਾਂ ਪਾੜ ਚੁੱਕਿਆ ਹੈ, ਔਰ ਵਰਕਰਾਂ ਦੇ ਨਾਲ ਸਿਰ ਪਾਟੇ ਅਸੀਂ ਦੇਖੇ ਨੇ, ਔਰ ਪੁਲਿਸ ਦਾ ਰਵੱਈਆ ਕਿਸ ਤਰੀਕੇ ਦੇ ਨਾਲ ਤੁਸੀਂ ਵੇਖਦੇ ਹੋ? ਅੱਜ ਅਸੀਂ ਬੜਾ ਕਿਹਾ ਸੀ ਪੀਸਫੁਲ, ਅਸੀਂ ਪੀਸਫੁਲ ਕਰ ਰਹੇ ਸੀ। ਸਾਰੇ ਬੈਠੇ ਮੈਂ ਪ੍ਰਧਾਨ ਸਾਹਿਬ ਨੂੰ ਲੈ ਕੇ ਆ ਬੇਸਿਕਲੀ ਇਨਸਟਰਕਸ਼ਨਸ ਕਾਂਗਰਸ ਦੀਆਂ ਕਿ ਇਹਨਾਂ ਵਰਕਰ ਆਉਣਗੇ ਲਾਠੀਚਾਰਜ ਕਰੋ, ਪਰ ਸਾਨੂੰ ਕੋਈ ਪਰਵਾਹ ਨਹੀਂ। ਪੰਜਾਬ ਦੀ ਆਵਾਜ਼, ਜਨਤਾ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਉਠਾਉਂਦਾ ਰਿਹਾ ਤੇ ਉਠਾਉਂਦਾ ਰਹੇਗਾ। ਜੀ ਡਿਮਾਂਡ ਕੀ ਆ? ਕਿੰਨੇ ਰੁਪਏ ਡੀਜ਼ਲ ਪੈਟਰੋਲ ਔਰ ਕਿਸਾਨਾਂ ਦੇ ਲਈ ਕੀ ਡਿਮਾਂਡ? ਘੱਟ ਤੋਂ ਘੱਟ 10 ਰੁਪਏ ਲੀਟਰ ਡੀਜ਼ਲ, 10 ਰੁਪਏ ਪੈਟਰੋਲ, ਘੱਟ ਤੋਂ ਘੱਟ 50,000 ਰੁਪਇਆ ਮੁਆਵਜ਼ਾ ਆਪਣਾ ਨਰਮੇ ਦਾ, ਝੋਨੇ ਦਾ ਤੇ ਬਾਸਮਤੀ ਦਾ। ਜਦੋਂ ਤੱਕ ਨਹੀਂ ਮਿਲਦਾ ਅਕਾਲੀ ਦਲ ਡਟਿਆ ਰਹੇਗਾ। ਅਸੀਂ ਵੱਖ ਪਲਾਨ ਕਰਾਂਗੇ। ਹੁਣ ਕੋਰ ਕਮੇਟੀ ਦੀ ਮੀਟਿੰਗ ਹੈ, ਨੈਕਸਟ ਟਾਈਮ ਦੇਖਾਂਗੇ ਕੀ ਕਰਨਾ ਹੈ।
ਲੱਗ ਜਾ ਬਾਈ ਇਹ ਟਪਾ ਦਿਓ ਆਪਣੀ ਪੀਡੀਸੀ ਵਾਲੇ ਹੀ ਆਪਣੇ ਜੀ ਭਾਈ ਪੂਰੀ ਅੱਗੇ ਚੀਮਾ ਸਾਹਿਬ ਖੜੇ ਹੋ ਕੇ ਬੈਠੇ ਵੀਰ ਜੀ, ਅੱਗੇ ਬੈਠੇ ਵੀਰ ਜੀ, ਅੱਗੇ ਦੀ ਆਓ ਜੀ, ਅੱਗੇ ਆਓ ਜੀ। बस ज्यादा टाइम नहीं लाना, अं तो सोचते ਲਾਓ ਇੱਕ ਜ਼ੋਰ ਨਾਲ एडा वधिया मुख मंत्री आया ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਡੀਜ਼ਲ ਪੈਟਰੋਲ ਸਸਤਾ ਕਰੋ सस्ता करो, सस्ता करो, ਡੀਜ਼ਲ ਪੈਟਰੋਲ ਸਸਤਾ ਕਰੋ सस्ता करो, सस्ता करो। ਬੇਈਮਾਨਾਂ ਦੀ ਸਰਕਾਰ ਮੁਰਦਾਬਾਦ मुर्दाबाद, मुर्दाबाद, ਸ਼ੋਸ਼ੇਬਾਜ਼ਾਂ ਦੀ ਸਰਕਾਰ ਮੁਰਦਾਬਾਦ मुर्दाबाद, मुर्दाबाद। ਡਰਾਮੇਬਾਜ਼ਾਂ ਦੀ ਸਰਕਾਰ ਮੁਰਦਾਬਾਦ ਆ ਹੁਣ ਪ੍ਰਧਾਨ ਜੀ ਨੇ एक जकारा लगेगा, एक जकारा लगेगा प्रधान साहब के बोलने ਤੋਂ ਪਹਿਲਾਂ ਸਾਰਿਆਂ ਨੇ ਦੋਵੇਂ ਹੱਥ ਖੜੇ ਕਰਕੇ ਅੱਜ ਦੀਆਂ ਮੰਗਾਂ ਦਾ ਸਮਰਥਨ ਕਰਨਾ, ਦੋਵੇਂ ਹੱਥ ਖੜੇ ਕਰਕੇ ਸਾਰਿਆਂ ਨੇ ਬੋਲੇ ਸੋਨਿਹਾਲ। ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹ ਤੁਹਾਨੂੰ ਸੰਬੋਧਨ ਕਰਨਗੇ। ਵਿੱਚ ਵਾਲੇ ਬਹਿ ਜਾਓ ਕਿਰਪਾ ਕਰਕੇ, ਪਿੱਛੇ ਧੱਕੇ ਨਾ ਮਾਰੋ। ਪਹਿਲਾਂ ਬਿਠਾਓ ਸਾਰਿਆਂ ਨੂੰ ਯਾ ਸਾਰੇ ਬਹਿ ਜਾਓ, ਸਾਰੇ। ਅੱਜ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਿਉਂ ਆਪਾਂ ਆਏ ਆ? ਆਪਾਂ ਕਿਉਂ ਇੱਥੇ ਆਏ ਆ? ਮੈਨੂੰ ਪ੍ਰੈਸ ਵਾਲੇ ਪੁੱਛ ਰਹੇ ਸੀ, ਮੈਂ ਕਿਹਾ 4.5 ਸਾਲ ਕਾਂਗਰਸ ਨੇ ਤੇ ਉਹਦੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਨਰਮੇ ਦੀ ਫਸਲ ਬਿਲਕੁਲ ਬਰਬਾਦ ਹੋ ਗਈ। ਲੱਖਾਂ ਏਕੜ ਪਿੰਡ ਤੇ ਪਿੰਡ ਬਰਬਾਦ ਹੋ ਗਏ।
मैं पिंडां 'ਚ गया, किसान भरावां नूं मिलिया, ਵਿਚਾਰਿਆਂ ਦੇ ਚਿਹਰੇ ਤੇ ਉਦਾਸੀ ਸੀ। ਉਹਨਾਂ ਕੋਲੇ ਪੈਸਾ ਹੈ ਨਹੀਂ ਸੀ ਠੇਕਾ ਦੇਣ ਵਾਸਤੇ, ਅਗਲੀ ਫਸਲ ਵੇਚਣ ਵਾਸਤੇ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ, ਇੱਕਦਮ ਮੁਆਵਜ਼ਾ ਭੇਜਦੇ ਤੇ ਨਾਲ ਕਿਸਾਨਾਂ ਦੀ ਮੁਸ਼ਕਲਾਂ ਹੱਲ ਕਰਦੇ। ਆ ਜਿਹੜਾ ਹੁਣ ਮੁੱਖ ਮੰਤਰੀ ਬਣਿਆ, ਡਰਾਮੇ ਜਿੰਨੀ ਮਰਜ਼ੀ ਕਰਾ ਲਓ, ਕੱਲਾ ਅਖਬਾਰਾਂ ਚ ਆਉਣਾ ਚਾਹੁੰਦਾ ਕਿ ਮੇਰੀ ਫੋਟੋ ਆਏ, ਪਰ ਮਸਲੇ ਹੱਲ ਕਰਨਾ ਉਹਦਾ ਨਿਸ਼ਾਨਾ ਨਹੀਂ। ਤੁਸੀਂ ਜਾਣਦੇ ਹੋ ਕਿਵੇਂ 1.5 ਮਹੀਨੇ ਪਹਿਲੇ ਕਿਹਾ ਮੁਆਵਜ਼ਾ ਨਰਮੇ ਦਾ ਦਿੱਤਾ ਜਾਊਗਾ, 1 ਰੁਪਿਆ ਨਹੀਂ ਕਿਸਾਨ ਕੋਲੇ ਪਹੁੰਚਿਆ, 1 ਰੁਪਿਆ ਖੇਤ ਮਜ਼ਦੂਰ ਕੋਲੇ ਨਹੀਂ ਪਹੁੰਚਿਆ। ਤੇ ਉਹਦੇ ਬਾਅਦ ਹੋਰ ਨੁਕਸਾਨ ਹੋਇਆ, ਗੜੇ ਪੈ ਗਏ, ਝੋਨਾ ਤਬਾਹ ਹੋ ਗਿਆ, ਬਾਸਮਤੀ ਚੌਲ ਤਬਾਹ ਹੋ ਗਿਆ। ਉੱਥੇ ਦਾ ਕੋਈ ਮੰਤਰੀ ਵੀ ਨਹੀਂ ਗਿਆ, ਡੀਸੀ ਵੀ ਨਹੀਂ ਗਿਆ। ਆਹ ਤਾਂ ਸਰਕਾਰ ਹੈ, ਐ ਜੀ ਨਿਕੰਮੀ ਸਰਕਾਰ ਜਿਹੜੀ ਰੋਜ਼ ਹੀ ਆਪਣੀਆਂ ਲੜਾਈਆਂ ਤੋਂ ਵੇਲ ਨਹੀਂ, ਜਿਹਨੂੰ ਬੱਚਿਆਂ ਵਾਂਗੂ ਲੜੀ ਜਾਂਦੇ ਐ ਕਿ ਮੈਂ ਇਹਨੂੰ ਡੀਜੀ ਲਾ ਦਿਓ, ਏਜੀ ਲਾ ਦਿਓ। ਅੱਜ ਸਮਾਂ ਏਜੀ ਤੇ ਡੀਜੀ ਦੀ ਲੜਾਈ ਦਾ ਨਹੀਂ, ਸਮਾਂ ਗਰੀਬ ਕਿਸਾਨ ਦੀ ਬਾਹ ਫੜਨਾ। ਵਿਚਾਰੇ ਨੇ ਅਗਲੀ ਫਸਲ ਵੇਚਣੀ ਹੈ, ਬੀਜਣੀ ਹੈ, ਕਣਕ ਲਾਉਣ ਬੀਜਣੀ ਹੈ, ਉਹਦੇ ਕੋਲੇ ਸਾਧਨ ਹੈ ਨਹੀਂ। ਅੱਜ ਮੈਂ ਹੁਣੀ ਮੈਨੂੰ ਦੱਸ ਰਹੇ ਸੀ, ਜਿਹੜੇ ਵੀ ਪਿੰਡ ਜਾਓ, ਜਿਹੜੇ ਵੀ ਜ਼ਿਲ੍ਹੇ ਜਾਓ, ਜਿਹੜਾ ਡੀਏਪੀ ਹੈ, ਯੂਰੀਆ ਬਲੈਕ 'ਚ ਮਿਲ ਰਿਹਾ, ਉਹਦਾ ਇੰਤਜ਼ਾਮ ਵੀ ਕਾਂਗਰਸ ਨੇ ਨਹੀਂ ਕੀਤਾ। ਅੱਜ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਦੀਆਂ ਕੀਮਤਾਂ ਸੈਂਟਰ ਦੀ ਸਰਕਾਰ ਨੇ 10-10 ਰੁਪਏ ਘਟਾਤੀ, ਦੂਜੇ ਸੂਬੇ ਦੀ ਸਰਕਾਰਾਂ ਨੇ ਵੀ ਘਟਾਤਾ, ਪਰ ਕਾਂਗਰਸ ਦੀ ਆ ਸਰਕਾਰ ਚੁੱਪ ਬੈਠੀ ਹੈ। ਥੋੜੇ ਦਿਨ ਪਹਿਲੇ ਤੇ ਕਹਿੰਦੇ ਖਜ਼ਾਨਾ ਭਰਿਆ, ਤੇ ਖਜ਼ਾਨਾ ਜਨਤਾ ਵਾਸਤੇ ਹੈ, ਕਿਉਂ ਨਹੀਂ ਘਟਾ ਰਹੇ? ਆ ਸਵਾਲ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ, 30 ਰੁਪਏ ਤੁਹਾਡੇ ਖਜ਼ਾਨੇ ਚੋਂ 1 ਲੀਟਰ ਮਗਰ ਪੈਟਰੋਲ ਤੇ ਡੀਜ਼ਲ ਦੇ 30 ਰੁਪਏ ਤੁਹਾਡੇ ਖਜ਼ਾਨੇ, ਪੰਜਾਬ ਦੇ ਖਜ਼ਾਨੇ ਚ ਆਉਂਦਾ ਹੈ। ਕੀ ਤੁਸੀਂ 10 ਰੁਪਏ ਨਹੀਂ ਘਟਾ ਸਕਦੇ? ਦੂਜੇ ਮੁੱਖ ਮੰਤਰੀਆਂ ਨੇ ਘਟਾਤਾ, ਤੁਸੀਂ ਕਿਉਂ ਚੁੱਪ ਬੈਠੇ ਹੋ? ਪਰ ਮੈਂ ਇੰਨਾ ਕਹਿਣਾ ਚਾਹੁੰਦਾ ਮੁੱਖ ਮੰਤਰੀ ਜੀ, ਜੇ ਤੁਸੀਂ ਨਹੀਂ ਘਟਾਓਗੇ, ਪੰਜਾਬੀਆਂ ਦਾ ਗੁੱਸਾ ਇੰਨਾ ਹੈ ਤੁਹਾਡੇ ਖਿਲਾਫ, ਤੁਹਾਡੇ ਕੋਲੇ ਕੋਈ ਚਾਰਾ ਨਹੀਂ ਰਹੂਗਾ, ਤੁਹਾਨੂੰ ਮਜਬੂਰੀ ਕਰਨਾ ਪਊਗਾ। ਕਾਂਗਰਸ ਸਰਕਾਰ ਮੁਰਦਾਬਾਦ, 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 ਕਾਂਗਰਸ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਬੋਲੇ ਸੋ ਨਿਹਾਲ। 37 ਸਾਲ ਪਹਿਲੇ 37 ਸਾਲ ਪਹਿਲੇ ਪਿਛਲੇ 5-7 ਦਿਨ 37 ਸਾਲ ਪਹਿਲੇ 1984 ਵਿੱਚ ਗਾਂਧੀ ਪਰਿਵਾਰ ਦੇ ਹੁਕਮ ਤੇ ਹਜ਼ਾਰਾਂ ਆਪਣੇ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਗਿਆ। ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਗਾਂਧੀ ਪਰਿਵਾਰ ਨੇ ਦੋਸ਼ੀਆਂ ਨੂੰ ਬਚਾ ਕੇ ਰੱਖਿਆ। ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਲੜਾਈ ਲੜੀ ਇਨਸਾਫ ਦੀ। ਸੱਜਣ ਕੁਮਾਰ ਨੂੰ ਅਸੀਂ ਅੰਦਰ ਕਰਾ ਚੁੱਕੇ ਹਾਂ, ਪਰ ਅਬ ਦੁੱਖ ਚੱਲਦਾ ਆ ਕਾਂਗਰਸ ਸਰਕਾਰ, ਕਾਂਗਰਸ ਪਾਰਟੀ ਜਿਨ੍ਹਾਂ ਨੇ ਕਤਲ ਕੀਤਾ, ਜਿਨ੍ਹਾਂ ਨੇ ਅੱਗੇ ਲਾ ਕੇ ਰਾਜੀਵ ਗਾਂਧੀ ਦੇ ਹੁਕਮ ਤੇ ਟਾਈਟਲਰ ਵਰਗਿਆਂ ਨੂੰ ਅੰਦਰ ਕਰਾਉਣ ਦੀ ਬਜਾਏ ਗਾਂਧੀ ਪਰਿਵਾਰ ਨੂੰ ਸਨਮਾਨਿਤ ਕਰ ਰਿਹਾ। ਕਾਂਗਰਸ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਿੱਖਾਂ ਦੇ ਕਾਤਲਾਂ ਦੀ ਪੁਸ਼ਤ ਪਨਾਹੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਮੈਂ ਸਿੱਧੂ ਸਾਹਿਬ ਜੋ ਕਾਂਗਰਸ ਦੇ ਪ੍ਰਧਾਨ ਹੈ, ਕਹਿੰਦੇ ਮੈਂ ਦਫ਼ਤਰ ਤਾਂ ਜਾਊਂਗਾ ਜੇ ਡੀਜੀ ਨੂੰ ਬਦਲੋਗੇ, ਏਜੀ ਨੂੰ ਬਦਲੋਗੇ। ਸਿੱਧੂ ਸਾਹਿਬ ਜੇ ਤੁਹਾਡੇ ਹਿੰਮਤ ਹੈ, ਡੀਜੀ ਤਾਂ ਏਜੀ ਤਾਂ ਮਾਮੂਲੀ ਗੱਲ ਹੈ, ਜੇ ਹਿੰਮਤ ਹੈ
ਤੇ ਕਹੋ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਤਾਂ ਕੁਰਸੀ ਸੰਭਾਲੂਗਾ। ਜੇ ਟਾਈਟਲਰ ਨੂੰ ਕਾਂਗਰਸ ਵਰਕਿੰਗ ਕਮੇਟੀ ਤੋਂ ਕਢਾ ਕੇ ਟਾਈਟਲਰ ਨੂੰ ਪਾਰਟੀ ਤੋਂ ਬਾਹਰ ਕੱਢਾਂਗੇ। ਜਗਦੀਸ਼ ਟਾਈਟਲਰ ਮੁਰਦਾਬਾਦ ਸਟੈਂਡ ਲਓ। ਫਾਂਸੀ ਲਓ। ਜੇ ਹਿੰਮਤ ਹੈ ਤੁਹਾਡੇ ਤੇ ਕਹੋ ਗਾਂਧੀ ਪਰਿਵਾਰ ਨੂੰ ਇਹਨੂੰ ਕੱਢਣ। ਜੇ ਹਿੰਮਤ ਹੈ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਰੈਜ਼ੋਲੂਸ਼ਨ ਪਾਸ ਕਰੋ ਪੰਜਾਬ ਦੀ ਅਸੈਂਬਲੀ ਵਿੱਚ ਕਿ ਪੰਜਾਬ ਦੀ ਜਨਤਾ ਦੀ ਆਵਾਜ਼ ਹੈ ਕਿ ਗਾਂਧੀ ਪਰਿਵਾਰ ਤੇ ਟਾਈਟਲਰ ਵਰਗੇ ਦੇ ਖਿਲਾਫ ਪਰਚਾ ਦਿੱਤਾ ਜਾਏ 84 ਦਾ। ਪੰਜਾਬ ਤੋਂ ਜੇ ਹਿੰਮਤ ਹੈ ਤਾਂ ਰੈਜ਼ੋਲੂਸ਼ਨ ਪਾਸ ਕਰੋ। ਪਰ ਮੈਨੂੰ ਪਤਾ ਹੈ ਤੁਹਾਨੂੰ ਕੁਰਸੀ ਪਿਆਰੀ ਹੈ, ਲੜਾਈ ਅਸਲੀ ਮੁੱਖ ਮੰਤਰੀ ਦੀ ਹੈ, ਲੜਾਈ ਪੰਜਾਬ ਦੀ ਨਹੀਂ, ਕੌਮ ਦੀ ਨਹੀਂ। ਚੰਨੀ ਸਾਹਿਬ ਤੇ ਖਾਸ ਕਰਕੇ ਮੈਂ ਨਵਜੋਤ ਸਿੱਧੂ ਨੂੰ ਕਹਿਣਾ ਚਾਹਣਾ ਤੁਹਾਨੂੰ ਚੁਣਨਾ ਪੈਣਾ। ਇੱਕ ਪਾਸੇ ਪੰਜਾਬ ਹੈ, ਇੱਕ ਪਾਸੇ ਸਿੱਖ ਕੌਮ ਹੈ, ਦੂਜੇ ਪਾਸੇ ਗਾਂਧੀ ਪਰਿਵਾਰ ਹੈ ਜਿਹਨੇ ਕਤਲੇਆਮ ਕੀਤਾ, ਟਾਈਟਲਰ ਹੈ। ਦੇਖਦੇ ਆ ਕਿਹਦੇ ਨਾਲ ਤੁਸੀਂ ਖੜਦੇ ਹੋ। ਜੇ ਤੁਹਾਡੀ ਜ਼ਮੀਰ ਹੈ, ਜੇ ਤੁਹਾਡੀ ਹਿੰਮਤ ਹੈ, ਜੇ ਗੈਰਤ ਹੈ ਤੇ ਸਟੈਂਡ ਲਓ ਪੰਜਾਬੀਆਂ ਦੇ ਨਾਲ। ਜੇ ਨਹੀਂ ਲੈਂਦੇ ਇਹਦਾ ਮਤਲਬ ਤੁਸੀਂ ਪੰਥ ਦੇ, ਪੰਜਾਬ ਦੇ ਲੋਕਾਂ ਦੇ ਗੱਦਾਰ ਹੋ। ਇਸ ਕਰਕੇ ਅੱਜ ਮੈਂ ਚੰਡੀਗੜ੍ਹ ਪੁਲਿਸ ਨੂੰ, ਮੈਨੂੰ ਬੜਾ ਦੁੱਖ ਹੈ ਚੰਡੀਗੜ੍ਹ ਪੁਲਿਸ ਨੇ ਬੜਾ ਧੱਕਾ ਕੀਤਾ, ਲਾਠੀ ਚਾਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਨੂੰ ਤੇ ਉੱਤੇ ਹਮਲਾ ਕੀਤਾ। ਕਈ ਸਾਡੇ ਵੀਰ ਜ਼ਖਮੀ ਹੋਏ। ਮੈਂ ਸਟਰੋਂਗਲੀ ਕੰਡੈਮ ਕਰਦਾ ਰੋਲ ਚੰਡੀਗੜ੍ਹ ਪੁਲਿਸ ਦਾ। ਜੇ ਬਾਂਹ ਵੀ ਟੁੱਟ ਗਈ ਹੈ, ਕਈ ਨੌਜਵਾਨਾਂ ਦੇ ਸਿਰ ਪਾੜ ਗਏ ਆ। ਮੈਂ ਉਹਨਾਂ ਨੂੰ ਕਹਿਣਾ ਚਾਹਣਾ ਪ੍ਰੋਟੈਸਟ ਕਰਨਾ ਹਰ ਇਨਸਾਨ ਦਾ ਹੱਕ ਹੈ, ਆਪਣਾ ਡੈਮੋਕ੍ਰੈਟਿਕ ਰਾਈਟ ਹੈ ਜਿਹੜਾ ਕੁਚਲਣਾ ਚਾਹੁੰਦੀ ਹੈ ਕਾਂਗਰਸ ਦੀ ਸਰਕਾਰ। ਚੰਨੀ ਸਾਹਿਬ ਜੇ ਤੁਹਾਡੇ ਕੋਲੇ ਹਿੰਮਤ ਸੀ ਤੇ ਬਾਹਰ ਆ ਕੇ ਗੱਲ ਕਰਦੇ, ਪਰ ਤੁਹਾਡੇ ਕੋਲੇ ਹਿੰਮਤ ਨਹੀਂ ਹੈ। ਕੋਈ ਗੱਲ ਨਹੀਂ, 2 ਮਹੀਨੇ ਰਹਿ ਗਏ, ਜਿੰਨੇ ਆਰਾਮ ਨਾਲ ਬਹਿਣਾ ਆ ਸੋਫਿਆਂ 'ਚ ਥੱਲੇ 1.5 ਮਹੀਨੇ ਦਾ ਕੰਮ ਰਹਿ ਗਿਆ। ਉਹਦੇ ਬਾਅਦ ਪੰਜਾਬ ਦੀ ਜਨਤਾ ਇਸ ਕਾਂਗਰਸ ਪਾਰਟੀ ਨੂੰ ਇਸ ਕੋਠੀਆਂ 'ਚੋਂ ਘੜੀਸ ਕੇ ਬਾਹਰ ਕੱਢੂਗੀ ਤੇ ਪੰਜਾਬ ਵਿੱਚ ਜਨਤਾ ਦੇ ਰਾਜ ਲੈ ਕੇ ਆਊਗੀ। ਮੈਂ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ, ਤੁਸੀਂ ਬੜੇ ਹਿੰਮਤ ਨਾਲ ਆਏ, ਸਾਰੇ ਬੈਰੀਕੇਡ ਤੋੜ ਕੇ ਤੁਸੀਂ ਆਏ ਤੇ ਮੈਂ ਇੰਨਾ ਕਹਿਣਾ ਚਾਹਣਾ, ਜੇ ਇਹਨਾਂ ਨੇ ਡੀਜ਼ਲ ਤੇ ਪੈਟਰੋਲ ਨਾ ਘਟਾਇਆ, ਅਗਲਾ ਪ੍ਰੋਗਰਾਮ ਅਕਾਲੀ ਦਲ ਦੇਗਾ ਤੇ ਇਹਨੂੰ ਮਨਜ਼ੂਰ ਕਰਾਏਗਾ। ਡਿਟੇਨ ਕੀਤਾ ਜਾ ਰਿਹਾ ਹੈ ਤਾਂ ਭਾਈ ਨੂੰ ਪੁੱਛ ਲੈ ਮੜਾ ਗ੍ਰਿਫਤਾਰ ਕਿਉਂ। ਵਿੱਚ ਚੜ ਜਾ, ਮੈਂ ਤਾਂ ਕਹਿੰਦਾ ਤੈਨੂੰ।
ਰਿਕਾਰਡ ਨਹੀਂ ਕਰਨਾ ਨਾਲੇ ਜਾਣਾ। ਹਾਂ ਹਾਂ ਬਾਤ ਗੱਡੀ ਮੰਗਾਈਏ ਤਾਂ ਪੱਲੇ ਨਿਕਲੀ ਖੜੇ ਫੋਲੋ ਦੇ ਦੇਖ ਸਕਦੇ ਹੋ ਵਰਕਰ ਗੱਡੀ ਲੈ ਜਾਓ, ਗੱਡੀ ਲਿਆਓ। ਪੰਜਾਬ ਦੇ ਗਰੀਬ ਸੀਐਮ ਸਾਹਿਬ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਰ ਘੱਟ ਕਰੋ, ਨਹੀਂ ਤਾਂ ਅਸੀਂ ਕਰਕੇ ਦਿਖਾਈਏ। ਹਰਸਿਮਰਤ ਬਾਦਲ। ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬ ਵਿੱਚ ਗਰੀਬਾਂ ਦੀ ਸਰਕਾਰ ਬਣੀ ਹੈ ਤੇ ਤੁਸੀਂ ਆਪ ਗਰੀਬਾਂ ਦੇ ਨੁਮਾਇੰਦਗੀ ਕਰਦੇ ਹੋ। ਆਪ ਗਰੀਬ ਹੋਣ ਤੋਂ ਨਾਤੇ ਤੁਸੀਂ ਗਰੀਬਾਂ ਦੀ ਤਕਲੀਫਾਂ ਨੂੰ ਸਮਝਦੇ ਹੋ। ਨਿਤ ਨਵੇਂ ਰੋਜ਼ ਨਵੇਂ ਸ਼ੋਸ਼ੇ ਤੁਸੀਂ ਛੱਡਦੇ ਹੋ। ਲੇਕਿਨ ਅੱਜ ਮੈਂ ਤੁਹਾਨੂੰ ਅਪੀਲ ਕਰਾਂਗੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੈਟਰੋਲ ਤੇ ਡੀਜ਼ਲ ਦੀ ਵੱਧਦੀ ਹੋਈ ਕੀਮਤਾਂ ਦੇ ਕਾਰਨ ਕਿਸ ਤਰ੍ਹਾਂ ਦੇਸ਼ ਦੀ ਜਨਤਾ ਦੇ ਉੱਤੇ, ਖਾਸ ਤੌਰ ਤੇ ਗਰੀਬ ਤੇ ਕਿਸਾਨ ਦੇ ਉੱਤੇ, ਹਰੇਕ ਦੇ ਉੱਤੇ ਬੋਝ ਪਿਆ ਹੈ। ਤੇ ਇਸ ਬੋਝ ਨੂੰ ਦੇਖਦੇ ਹੋਏ ਕੇਂਦਰ ਨੇ ਵੀ ਆਪਣੀ ਟੈਕਸ ਦਾ ਹਿੱਸਾ ਘਟਾਤਾ 5 ਰੁਪਏ ਪੈਟਰੋਲ 'ਚ ਤੇ 10 ਰੁਪਏ ਡੀਜ਼ਲ ਦੇ ਉੱਤੇ। ਤੇ ਕਈ 8-9 ਸੂਬਿਆਂ ਨੇ ਵੀ ਉਹਦੇ ਉੱਤੇ ਹੋਰ ਲੋਕਾਂ ਨੂੰ ਰਾਹਤ ਦਿੱਤੀ ਹੈ। ਇਸ ਤਿਉਹਾਰ ਦੀ ਰੁੱਤ 'ਚ ਆਪਾਂ ਦੀਵਾਲੀ ਦੇਖੀਏ, ਵਿਸ਼ਵਕਰਮਾ ਦਿਵਸ ਦੇਖਿਆ, ਆਉਣ ਵਾਲੇ ਦਿਨਾਂ 'ਚ ਗੁਰਪੁਰਬ ਆ ਰਿਹਾ, ਕ੍ਰਿਸਮਸ ਆ ਰਿਹਾ ਹੈਗਾ, ਵਾਢੀ ਹੋ ਕੇ ਹਟੀ ਹੈਗੀ, ਬਿਜਾਈ ਇਹਦੇ ਬਾਅਦ ਹੋਣੀ ਹੈਗੀ। ਕਿਉਂ? ਉਹ ਕੀ ਕਾਰਨ ਹੈ ਕਿ ਜਦ ਕੇਂਦਰ ਨੇ ਆਪ ਦਾ ਟੈਕਸ ਘਟਾਤਾ, 8-9 ਸੂਬਿਆਂ ਨੇ ਘਟਾਤਾ, ਲੇਕਿਨ ਆਪਣੇ ਆਪ ਨੂੰ ਗਰੀਬਾਂ ਦਾ ਮੁੱਖ ਮੰਤਰੀ ਕਹਿਣ ਵਾਲਾ, ਗਰੀਬ ਮੁੱਖ ਮੰਤਰੀ ਕਹਿਣ ਵਾਲਾ, ਕਿ ਤੁਹਾਡੇ ਦਿਲ 'ਚ ਗਰੀਬ ਦੇ ਉੱਤੇ ਇਸ ਵੱਧਦੀ ਹੋਈ ਕੀਮਤਾਂ ਦੀ, ਮਹਿੰਗਾਈ ਦੀ ਮਾਰ ਦਾ ਕੋਈ ਤਰਸ ਨਹੀਂ। ਮੈਂ ਤੁਹਾਨੂੰ ਅਪੀਲ ਕਰਦੀ ਹਾਂ, ਇੱਕ ਅੱਧੀ ਫੋਟੋ ਤੁਸੀਂ ਕਿਸੇ ਪੈਟਰੋਲ ਪੰਪ ਨਾਲ ਵੀ ਖਿਚਾ ਲਿਓ ਤੇ ਕੁਝ ਤੁਸੀਂ ਵੀ ਰਾਹਤ ਪੰਜਾਬ ਦੇ ਗਰੀਬਾਂ ਨੂੰ ਦਿਓ। ਘੱਟ ਤੋਂ ਘੱਟ 10 ਰੁਪਏ ਡੀਜ਼ਲ ਤੇ 10 ਰੁਪਏ ਪੈਟਰੋਲ 'ਚ ਘਟਾਓ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੁਹਾਡੇ 50-60 ਦਿਨਾਂ ਦੇ ਬਾਅਦ ਜਦ ਬਣ ਜੂਗੀ, ਅਸੀਂ ਤਾਂ ਘਟਾਵਾਂਗੇ, ਲੇਕਿਨ ਉਮੀਦ ਕਰਦੇ ਹਾਂ ਕਿ ਇਹਨਾਂ 40-50 ਦਿਨਾਂ ਦੀ ਤੁਹਾਡੀ ਸਰਕਾਰ ਹੈਗੀ, ਤੁਸੀਂ ਵੀ ਥੋੜਾ ਘਟਾ ਦਿਓ। ਤੁਸੀਂ ਕਹਿੰਦੇ ਹੋ ਖਜ਼ਾਨੇ ਤੁਹਾਡੇ ਭਰੇ ਹੋਏ ਨੇ, ਫਿਰ ਇਸ ਭਰੇ ਹੋਏ ਖਜ਼ਾਨੇ ਤੋਂ ਹਰੇਕ ਦੇ ਕੋਲ ਕੋਈ ਰਾਹਤ ਮਿਲੇ।
ਤੇ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਦੀ ਹਾਂ ਕਿ ਇਹ ਸਰਕਾਰ ਜਿਹੜੀ ਰੋਜ਼ ਕਹਿੰਦੀ ਹੈ ਕਿ ਲੋਕਾਂ ਵਾਸਤੇ ਬੜੀ ਰਾਹਤ ਦਿੱਤੀ ਹੈ, ਤੁਸੀਂ ਦੱਸ ਦਿਓ, ਭਾਵੇਂ ਤੁਸੀਂ ਵਪਾਰੀ ਹੋ, ਭਾਵੇਂ ਤੁਸੀਂ ਗਰੀਬ ਹੋ, ਕਿਸਾਨ ਹੋ, ਨੌਜਵਾਨ ਹੋ, ਕਿ ਤੁਹਾਨੂੰ ਇਸ ਚੰਨੀ ਸਰਕਾਰ ਜਾਂ ਕਾਂਗਰਸ ਸਰਕਾਰ ਦੀ ਕੋਈ ਰਾਹਤ ਤੁਹਾਡੇ ਤਾਈਂ ਪਹੁੰਚੀ ਹੈ? ਸ਼ਾਇਦ ਨਹੀਂ। ਇਸ ਕਰਕੇ ਮੈਂ ਕਾਂਗਰਸ ਸਰਕਾਰ ਨੂੰ, ਚੰਨੀ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਇਮੀਡੀਏਟਲੀ ਤੁਸੀਂ ਘਟਾਓ ਤੇ ਗਰੀਬਾਂ ਨੂੰ ਰਾਹਤ ਦਿਓ, ਤਾਂ ਕਿ ਉਹਨਾਂ ਦੀ ਖਾਣ ਪੀਣ ਦੀ ਚੀਜ਼ਾਂ ਵੀ ਸਸਤੀਆਂ ਹੋਣ ਤੇ ਤਿਉਹਾਰ ਦਾ ਮਾੜਾ ਮੋਟਾ ਲਾ ਲੈ ਕੇ ਉਹਨਾਂ ਦੀ ਜ਼ਿੰਦਗੀ 'ਚ ਥੋੜੀ ਜਿਹੀ ਖੁਸ਼ਹਾਲੀ ਆਵੇ। ਅਹਿਮਦਨਗਰ ਦੇ ਸਿਵਲ ਹਸਪਤਾਲ ਦੇ ਆਈਸੀਯੂ 'ਚ ਲੱਗੀ ਭਿਆਨਕ ਅੱਗ, 10 ਕਰੋਨਾ ਮਰੀਜ਼ਾਂ ਦੀ ਹੋਈ ਮੌਤ। ਇਸ ਸਮੇਂ ਮਹਾਰਾਸ਼ਟਰ ਦੇ ਅਹਿਮਦਨਗਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ, ਜਿੱਥੇ ਸਿਵਲ ਹਸਪਤਾਲ ਵਿੱਚ ਅੱਗ ਲੱਗਣ ਕਾਰਨ 10 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਅਹਿਮਦਨਗਰ ਦੇ ਕਲੈਕਟਰ ਰਜਿੰਦਰ ਬੌਂਸਲੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਇਹ ਅੱਗ ਸਿਵਲ ਹਸਪਤਾਲ ਦੇ ਕਰੋਨਾ ਵਾਰਡ ਵਿੱਚ ਲੱਗੀ ਸੀ। ਇਸ ਹਾਦਸੇ ਵਿੱਚ 10 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6 ਮਰੀਜ਼ ਝੁਲਸ ਗਏ ਹਨ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅੱਗ ਦੀਆਂ ਤਸਵੀਰਾਂ ਕਾਫੀ ਭਿਆਨਕ ਹਨ। ਹਸਪਤਾਲ ਵਿੱਚ ਧੂਏ ਦਾ ਗੁਬਾਰ ਨਿਕਲਦਾ ਨਜ਼ਰ ਆ ਰਿਹਾ ਹੈ। ਉਸ ਦੇ ਅੱਗੇ ਇੱਕ ਆਦਮੀ ਦੌੜ ਰਿਹਾ ਹੈ ਅਤੇ ਅੱਗ ਲੱਗਦੇ ਹੀ ਹਸਪਤਾਲ ਵਿੱਚ ਹਫੜਾ ਦਫੜੀ ਮਚ ਗਈ ਹੈ। ਜਦੋਂ ਇਹ ਅੱਗ ਕਰੋਨਾ ਵਾਰਡ ਤੱਕ ਪਹੁੰਚੀ ਤਾਂ ਉੱਥੋਂ ਦੇ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ। ਬਹੁਤ ਸਾਰੇ ਮਰੀਜ਼ ਬੇਵੱਸ ਸਨ ਅਤੇ ਦੌੜਨ ਤੋਂ ਅਸਮਰਥ ਸਨ। ਅੱਗ ਬੁਝਾਉਣ ਤੋਂ ਪਹਿਲਾਂ ਕਰੋਨਾ ਵਾਰਡ ਦੀਆਂ ਤਸਵੀਰਾਂ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਅੱਗ ਕਿੰਨੀ ਭਿਆਨਕ ਸੀ। ਅੱਗ ਕਾਰਨ ਕਰੋਨਾ ਵਾਰਡ ਦੇ ਬੈੱਡ, ਦਵਾਈਆਂ, ਮੈਡੀਕਲ ਉਪਕਰਨ ਵੀ ਸੜ ਗਏ ਹਨ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਏਸੀ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੈ। ਜਵਾਨਾਂ ਨਾਲ ਦੀਵਾਲੀ ਮਨਾਉਣ ਜੰਮੂ कश्मीर पहुंचे पीएम मोदी। नहीं आया, मैं मेरे साथ 130 करोड़ देशवासियों के आशीर्वाद आपको लेकर के आया हूं। ढेर सारा आशीर्वाद लेकर के आया हूं आपके लिए। आज शाम को दिवाली पर एक दिया आपकी वीरता को, आपके शौर्य को, आपके पराक्रम को, आपकी त्याग और तपस्या के नाम पर, और जो लोग देश की रक्षा में जुटे हुए हैं, ऐसे आप सबके लिए हिंदुस्तान का हर नागरिक वो दिए की ज्योत के साथ आपको अनेक अनेक शुभकामनाएं भी देता रहेगा। और आज तो मुझे पक्का विश्वास है कि आप घर पर बात करेंगे, हो सका तो फोटो भी भेज देंगे, और मुझे पक्का विश्वास आप कहेंगे हाँ यार इस बार तो दिवाली कुछ और थी, कहेंगे ना। देखिए आप रिलैक्स हो जाइए, आप कोई आपको देखते नहीं, आप चिंता मत कीजिए। अच्छा आप ये भी बताएंगे ना तो मिठाई भी बहुत खाई थी, नहीं बताएंगे तो बोलो ना। साथियों, आज मेरे सामने देश के जो वीर हैं, देश की जो वीर बेटियां हैं, वो भारत मां की ऐसी सेवा कर रहे हैं जिसका सौभाग्य हर किसी को नहीं मिलता है। किसी किसी को ही मिलता है जो सौभाग्य आपको मिला है। मैं देख रहा हूं, मैं महसूस कर रहा हूं, आपके चेहरे के उन मजबूत भावों को मैं देख रहा हूं। आप संकल्पों से भरे हुए हैं, और यही आपके संकल्प, यही आपके पराक्रम की पराकाष्ठा करने की भावनाएं, चाहे हिमालय हो, रेगिस्तान हो, बर्फीली चोटियां हो, गहरे पानी हो, कहीं पर भी आप लोग मां भारती का एक जीता जागता सुरक्षा कवच है। आपके सीने में वो जज्बा है जो 130 करोड़ देशवासियों को भरोसा होता है, वो चैन की नींद सो सकते हैं। आपके सामर्थ्य से देश में शांति और सुरक्षा
एक निश्चिंतता होती है, एक विश्वास होता है। आपके पराक्रम की वजह से हमारे पर्वों में प्रकाश फैलता है, खुशियां भर जाती हैं, हमारे पर्वों में चार चांद लग जाते हैं। अभी दीपावली के बाद गोवर्धन पूजा, फिर भैया दूज और छठ पर्व भी बिल्कुल गिनती के दिनों में सामने आ रहा है। आपके साथ ही मैं सभी देशवासियों को नौशेरा की इस वीर वसुंधरा से इन सभी पर्वों के लिए देशवासियों को भी बहुत बहुत शुभकामनाएं देता हूं। देश के अन्य हिस्सों में बड़ी संख्या में लोग आज दिवाली का जब दूसरा दिन होता है तो नववर्ष की भी शुरुआत करते हैं, और हमारे यहाँ तो हिसाब किताब भी दिवाली से पूरा होता है और दिवाली के दूसरे दिन से शुरू होता है। खास करके गुजरात में कल नया साल होता है। तो मैं आज नौशेरा की इस वीर भूमि से गुजरात के लोगों को भी और जहां जहां नववर्ष मनाते हैं उन सबको भी अनेक अनेक मंगल कामनाएं उनके लिए देता हूं। साथियों, जब मैं यहां नौशेरा की पवित्र भूमि पर उतरा, यहां की मिट्टी का स्पर्श किया, तो एक अलग ही भावना, एक अलग ही रोमांच से मेरा मन भर गया। यहां का इतिहास भारतीय सेना की वीरता का जयघोष करता है। हर चोटी से उस जयघोष सुनाई देता है। यहां का वर्तमान आप जैसे वीर जवानों की वीरता का जीता जागता उदाहरण है। वीरता का जिंदा सबूत मेरे सामने मौजूद है। नौशेरा ने हर युद्ध का, हर छद्म का, हर षड्यंत्र का माकूल जवाब देकर कश्मीर और श्रीनगर के प्रहरी का काम किया है। आजादी के तुरंत बाद ही दुश्मनों ने इस पर नजर घड़ा करके रखी हुई थी। नौशेरा पर हमला हुआ, दुश्मनों ने ऊंचाई पर बैठकर इस पर कब्जा जमाने की कोशिश की, और अभी जो मुझे पूरा वृत्त वीडियो समेत सारी चीजें मुझे देखना समझने का मौका मिला, और मुझे खुशी है कि नौशेरा के जाबाजों के शौर्य के सामने सारी साजिश से धरी की धरी रह गई। दोस्तों, भारत माता की जय! भारत माता की जय! भारत माता की जय! भारतीय सेना की ताकत क्या होती है, इसका एहसास दुश्मन को शुरुआत के दिनों में ही लग गया था जी। मैं नमन करता हूं नौशेरा के शेर ब्रिगेडियर मोहम्मद उस्मान को, नायक जदुनाथ सिंह जी को, जिन्होंने देश की रक्षा के लिए अपना सर्वोच्च बलिदान दिया। मैं प्रणाम करता हूं लेफ्टिनेंट आर राणे को, जिन्होंने भारतीय सेना की जीत का रास्ता प्रशस्त किया था। ऐसे कितने ही वीरों ने नौशेरा की इस धरती पर गर्व की गाथाएं लिखी, अपने रक्त से लिखी हैं, अपने पराक्रम से लिखी हैं, अपने पुरुषार्थ से लिखी हैं, देश के लिए जीने मरने के संकल्पों से लिखी है। अभी मुझे, ये मेरा सौभाग्य था कि दिवाली के इस पवित्र त्योहार पर मुझे आज दो ऐसे महापुरुषों के आशीर्वाद प्राप्त करने का सौभाग्य मिला। मेरे जीवन में
एक प्रकार से अनमोल विरासत है। मुझे आशीर्वाद मिले श्री बलदेव सिंह और श्री बसंत सिंह जी, ये दोनों महापुरुष बाल्यकाल में मां भारती की रक्षा के लिए फौज के साथ कंधे से कंधा मिलाकर के साधनों के अभाव के बीच भी, और जब मैं आज सुन रहा था उनको, वही जज्बा था जी, वही मिजाज था, और वर्णन ऐसे कर रहे थे जैसे आज ही अभी से लड़ाई के मैदान से आए हैं, ऐसा वर्णन कर रहे थे। आजादी के बाद हुए युद्ध में ऐसे अनेकों स्थानीय किशोरों ने ब्रिगेडियर मोहम्मद उस्मान के मार्गदर्शन से बाल सैनिक की भूमिका निभाई थी। उन्होंने अपने जीवन की परवाह न करते हुए उतनी कम उम्र में देश की सेना के साथ कंधे से कंधा मिलाकर के काम किया था, सेना की मदद की थी। नौशेरा के शौर्य का यह सिलसिला तब से जो शुरू हुआ, न कभी रुका है, न कभी झुका है। यही तो नौशेरा है। सर्जिकल स्ट्राइक में यहां की ब्रिगेड ने जो भूमिका निभाई, वो हर देशवासी को गौरव से भर देता है। और वो दिन तो मैं हमेशा याद रखूंगा, क्योंकि मैं कुछ तय किया था सूर्यास्त के पहले कि सब लोग लौट करके आ जाने चाहिए, और मैं हर पल फोन की घंटी पर टिकटिका के बैठा हुआ था कि आखिर से आखिर मेरा जवान पहुंच गया क्या, और कोई भी नुकसान किए बिना कि मेरे वीर जवान लौट करके आ गए, पराक्रम करके आ गए, सिद्धि प्राप्त करके आ गए। भारत माता की जय! भारत माता की जय! भारत माता की जय! सर्जिकल स्ट्राइक के बाद यहां अशांति फैलाने के अनगिनत कुत्सित प्रयास हुए, आज भी होते हैं, लेकिन हर बार आतंकवाद को मुंह तोड़ जवाब मिलता है। असत्य और अन्याय के खिलाफ इस धरती में एक स्वाभाविक प्रेरणा है, माना जाता है, और मैं मानता हूं ये अपने आप में बड़ी प्रेरणा है। ऐसा माना जाता है कि पांडवों ने भी अज्ञातवास के दौरान अपना कुछ समय इसी क्षेत्र में व्यतीत किया था। आज आप सबके बीच आकर मैं अपने आप को यहां की ऊर्जा से जुड़ा हुआ महसूस कर रहा हूं। साथियों, इस समय देश अपनी आजादी के 75 वर्ष का पर्व मना रहा है। आजादी का अमृत महोत्सव गुलामी के लंबे कालखंड में असंख्य बलिदान देकर हमने ये आजादी हासिल की है। इस आजादी की रक्षा करने का दायित्व हम सभी हिंदुस्तानियों के सर पे है, हम सबकी जिम्मेवारी है। आजादी के अमृत काल में हमारे सामने नए लक्ष्य हैं, नए संकल्प हैं, नई चुनौतियां भी हैं। ऐसे महत्वपूर्ण कालखंड में आज का भारत अपनी शक्तियों को लेकर भी सजग है और अपने संसाधनों को लेकर भी। दुर्भाग्य से पहले हमारे देश में सेना से जुड़े संसाधनों के लिए ये मान लिया गया था कि हमें जो कुछ भी मिलेगा विदेशों से ही मिलेगा। हमें टेक्नोलॉजी के मामले में झुकना पड़ता था, ज्यादा पैसे खर्च करने पड़ते थे, नए हथियार नए उपकरण खरीदने होते थे तो प्रक्रिया सालों साल चलती रहती थी। यानी एक अफसर फाइल शुरू करें, वो रिटायर हो जाए, तब तक भी चीज नहीं पहुंचती थी। ऐसा ही कालखंड था। नतीजा ये कि जरूरत के समय हथियार फिर आपाधापी में खरीदे जाते थे। यहां तक कि स्पेयर पार्ट्स के लिए भी
हम दूसरे देशों पर निर्भर रहते थे। साथियों, डिफेंस सेक्टर में आत्मनिर्भरता का संकल्प उन पुरानी स्थितियों को बदलने का एक सशक्त मार्ग है। देश के रक्षा खर्च के लिए जो बजट होता है, अब उसका करीब 65% देश के भीतर ही खरीदी पर खर्च हो रहा है। हमारे देश ये सब कर सकता है, करके दिखाया है। एक अभूतपूर्व कदम उठाते हुए अब भारत ने ये भी तय किया है कि 200 से ज्यादा साजो सामान और उपकरण अब देश के भीतर ही खरीदे जाएंगे। आत्मनिर्भर भारत का यही तो संकल्प है। अगले कुछ महीनों में इसमें और सामान जुड़ने वाले हैं। देश को आत्मनिर्भर बनाने वाली ये पॉजिटिव लिस्ट और लंबी हो जाएगी। इससे देश का डिफेंस सेक्टर मजबूत होगा, नए नए हथियारों उपकरणों के निर्माण के लिए निवेश बढ़ेगा। साथियों, आज हमारे देश के भीतर अर्जुन टैंक बन रहे हैं, तेजस जैसे अत्याधुनिक लाइट कॉम्पैक्ट एयरक्राफ्ट बन रहे हैं। अभी विजयादशमी के दिन 7 नई डिफेंस कंपनियों को भी राष्ट्र को समर्पित किया गया है। हमारी जो ऑर्डिनेंस फैक्ट्रीज थी, वो अब स्पेशलाइज्ड सेक्टर में आधुनिक रक्षा उपकरण बनाएगी। आज हमारा प्राइवेट सेक्टर भी राष्ट्र रक्षा के संकल्प का सारथी बन रहा है। हमारे कई नए डिफेंस स्टार्टअप्स आज अपना परचम लहरा रहे हैं। हमारे नौजवान 20, 22, 25 साल के नौजवान क्या क्या चीजें लेकर के आ रहे हैं, गर्व होता है। साथियों, उत्तर प्रदेश और तमिलनाडु में बन रहे डिफेंस कॉरिडोर इस स्पीड को और तेज करने वाले हैं। ये सारे कदम जो आज हम उठा रहे हैं, वो भारत के सामर्थ्य के साथ साथ डिफेंस एक्सपोर्टर के रूप में हमारी पहचान को भी सशक्त करने वाले हैं। साथियों, हमारे शास्त्रों में कहा गया है, को अति भारः समर्था नाम, यानी जो समर्थ होता है उसके लिए अति भार मायने नहीं रखता। वो सहज ही अपने संकल्पों को सिद्ध करता है। इसलिए आज हमें बदलती दुनिया, युद्ध के बदलते स्वरूप के अनुसार ही अपनी सैन्य शक्ति को भी बढ़ाना है, उसको नए ताकत के साथ ढालना भी है। हमें अपनी तैयारियों को दुनिया में हो रहे इस तेज परिवर्तन के अनुकूल ही ढालना ही होगा। हमें मालूम है किसी समय हाथी घोड़े पर लड़ाइयां होती थी। अब कोई सोच नहीं सकता हाथी घोड़े की लड़ाई, रूप बदल गया। पहले शायद युद्ध के रूप बदलने में दशकों लग जाते होंगे, शताब्दियां लग जाती होगी। आज तो सुबह एक तरीका होगा तो शाम को दूसरा तरीका होगा लड़ाई का। इतनी तेजी से टेक्नोलॉजी अपनी जगह बना रही है। आज की युद्ध कला सिर्फ ऑपरेशंस के तौर तरीकों तक ही सीमित नहीं है। आज अलग अलग पहलुओं में बेहतर तालमेल, टेक्नोलॉजी और हाइब्रिड टैक्टिक्स का उपयोग बहुत बड़ा फर्क डाल सकता है। संगठित नेतृत्व एक्शन में बेहतर समन्वय आज बहुत जरूरी है। इसलिए बीते समय से हर स्तर पर लगातार रिफॉर्म्स किए जा रहे हैं। चीफ ऑफ डिफेंस स्टाफ की नियुक्ति हो या डिपार्टमेंट ऑफ मिलिट्री अफेयर्स का गठन, ये हमारी सैन्य शक्ति को बदलते समय के साथ कदम ताल करने में अहम रोल निभा रहे हैं। साथियों, आधुनिक बॉर्डर इंफ्रास्ट्रक्चर भी हमारी सैन्य ताकत को और मजबूत करने वाला है। सीमावर्ती इलाकों की कनेक्टिविटी को लेकर पहले कैसे काम होता था, ये आज
देश के लोग आप सभी भली भांति जानते हैं। अब आज लद्दाख से लेकर के अरुणाचल प्रदेश तक, जैसलमेर से लेकर के अंडमान निकोबार द्वीप तक, हमारे बॉर्डर एरियाज में, हमारे समुद्री तट पर जहां सामान्य कनेक्टिविटी भी नहीं होती थी, आज वहां आधुनिक रोड, बड़े बड़े टनल्स, पूल और ऑप्टिकल फाइबर जैसे नेटवर्क बिछाए जा रहे हैं। इससे हमारी डिप्लॉयमेंट कैपेबिलिटी में तो भूतपूर्व सुधार हुआ ही है। सैनिकों को भी अब बहुत अधिक सुविधा हो रही है। साथियों, नारी शक्ति को नए और समर्थ भारत की शक्ति बनाने का गंभीर प्रयास बीते 7 सालों में हर सेक्टर में किया जा रहा है। देश की रक्षा के क्षेत्र में भी भारत की बेटियों की भागीदारी अब नई बुलंदी की तरफ बढ़ रही है। नेवी और एयरफोर्स में अग्रिम मोर्चों पर तैनाती के बाद अब आर्मी में भी महिलाओं की भूमिका का विस्तार हो रहा है। मिलिट्री पुलिस के द्वारा बेटियों के लिए खोलने के बाद अब महिला अफसरों को परमानेंट कमीशन देना इसी भागीदारी के विस्तार का ही हिस्सा है। अब बेटियों के लिए नेशनल डिफेंस एकेडमी, राष्ट्रीय मिलिट्री स्कूल और राष्ट्रीय इंडियन मिलिट्री कॉलेज जैसे देश के प्रीमियर मिलिट्री संस्थानों के दरवाजे खोले जा रहे हैं। इसी वर्ष 15 अगस्त को मैंने लाल किले से ये भी घोषणा की थी कि अब देश भर के सभी सैनिक स्कूलों में बेटियों को भी पढ़ाई का अवसर मिलेगा। इस पर भी तेजी से काम शुरू हो गया है। साथियों, मुझे आप जैसे देश के रक्षकों की वर्दी में केवल अथाह सामर्थ्य के ही दर्शन नहीं होते। मैं जब आपको देखता हूं तो मुझे दर्शन होते हैं अटल सेवा भाव के, अडिग संकल्प शक्ति के और अतुलनीय संवेदनशीलता के। इसलिए भारत की सेना दुनिया की किसी भी दूसरी सेना से अलग है। उसकी एक अलग पहचान है। अब विश्व की शीर्ष सेनाओं की तरफ एक प्रोफेशनल फोर्स तो है ही, लेकिन आपके मानवीय मूल्य, आपके भारतीय संस्कार आपको औरों से अलग एक असाधारण व्यक्तित्व के धनी बनाते हैं। आपके लिए सेना में आना एक नौकरी नहीं है। पहली तारीख को तनख्वाह आएगा इसके लिए नहीं आए आप लोग। आपके लिए सेना में आना एक साधना है, साधना। जैसे कभी ऋषि मुनि साधना करते थे ना, मैं आपके हर एक के भीतर वो साधक का रूप देख रहा हूं। और आप मां भारती की साधना कर रहे हैं। आप जीवन को उस ऊंचाई पर ले जा रहे हैं कि जिसमें 130 करोड़ देशवासियों की जिंदगी जैसे आपके भीतर समाहित हो जाती है। ये साधना का मार्ग है। और हम तो भगवान राम में अपने सर्वोच्च आदर्श खोजने वाले लोग हैं। लंका विजय करने के बाद भगवान राम जब अयोध्या लौटे थे तो यही उद्घोष करके लौटे थे, अपि स्वर्णमयी लंका न मे लक्ष्मण रोचते, जननी जन्मभूमिश्च स्वर्गादपि गरीयसी। यानी सोने और समृद्धि से भरपूर लंका को हमने जीता जरूर है, लेकिन हमारी ये लड़ाई हमारे सिद्धांत और मानवता की रक्षा के लिए थी। हमारे लिए तो हमारी जन्मभूमि हमारी है, हमें वहीं लौटकर उसी के लिए जीना है। भारत माता की जय! भारत माता की जय! भारत माता की जय! और इसलिए
जब प्रभु राम लौटकर आए तो पूरी अयोध्या ने उनका स्वागत एक मां के रूप में किया। अयोध्या के हर नर नारी ने, यहां तक कि पूरे भारतवर्ष ने दिवाली का आयोजन कर दिया। यही भाव हमें औरों से अलग बनाता है। हमारी यही उदात्त भावना हमें मानवीय मूल्यों के उस अमर शिखर पर विराजमान करती हैं जो समय के कोलाहल में, सभ्यताओं के हलचल में भी अड़िग रहती है। इतिहास बनते हैं, इतिहास बिगड़ते हैं, सत्ताएं आती हैं, सत्ताएं जाती है, साम्राज्य आसमान छूते हैं, ढहते हैं, लेकिन भारत हजारों साल पहले भी अमर था, भारत आज भी अमर है और हजारों साल बाद भी अमर रहेगा। हम राष्ट्र को शासन, सत्ता और साम्राज्य के रूप में नहीं देखते। हमारे लिए तो ये साक्षात जीवंत आत्मा है। इसकी रक्षा हमारे लिए केवल भौगोलिक रेखाओं की रक्षा भर नहीं है। हमारे लिए राष्ट्र रक्षा का अर्थ है इस राष्ट्रीय जीवंतता की रक्षा, राष्ट्रीय एकता की रक्षा और राष्ट्रीय अखंडता की रक्षा। इसलिए हमारी सेनाओं में आकाश छूता शौर्य है तो उनके दिलों में मानवता और करुणा का सागर भी है। इसलिए हमारी सेनाएं केवल सीमाओं पर ही पराक्रम नहीं दिखाती। जब देश को जरूरत पड़ती है तो आप सब आपदा, विपदा, बीमारी, महामारी से देशवासियों की हिफाजत के लिए मैदान में उतर आते हैं। जहां कोई नहीं पहुंचे वहां भारत की सेनाएं पहुंचे। ये आज देश का एक अटूट विश्वास बन गया है। हर हिंदुस्तानी के मन में से ये भाव अपने आप प्रकट होता है। ये आ गए ना, अरे चिंता नहीं, अब हो गया। ये छोटी चीज नहीं, आप देश की अखंडता और सार्वभौमिकता के प्रहरी हैं। एक भारत श्रेष्ठ भारत के संकल्प के प्रहरी हैं। मुझे पूरा भरोसा है कि आपके शौर्य की प्रेरणा से हम अपने भारत को शीर्ष ऊंचाइयों तक लेकर जाएंगे। साथियों, दीपावली की आपको भी शुभकामना है, आपके परिवारजनों को शुभकामना है और आप जैसे वीर बेटे बेटियों को जन्म देने वाली उन माताओं को भी मेरे प्रणाम है। मैं फिर एक बार आप सबको दीपावली की अनेक अनेक शुभकामनाएं देता हूं। मेरे साथ पूरी ताकत से बोलिए, भारत माता की, भारत माता की, भारत। धन्यवाद। मुख्यमंत्री चन्नी ने नवजोत सिद्धू ने दिता ठोकवा जवाब, मैं गरीब जरूर हां पर कमजोर नहीं। वित्त मंत्री पंजाब सत्कारयोग श्री विजय इंद्र सिंगला जी, मानयोग पीडब्ल्यूडी मंत्री पंजाब, साडे बड़े वीर दर्शन लाल मंगूपुर जी, MLA साहब बलाचौर तो, साडे ex-MLA मेरे सत्कारयोग सरदार भाग सिंह जी, स्टेज के विराजमान पतवंते सज्जनों, लीडर साहबान, मेरे सामने बैठे पंच सरपंच साहबान, सत्कारयोग बीबीओ भैनों ते भरावो, वाहिगुरू जी का खालसा वाहिगुरू जी की फतेह। मैं पहला चमकौर साहब की धरती से इत्थे दा सेवादार होंदे हुए
मानयोग वित्त मंत्री जी का सरदार मनप्रीत सिंह बादल जी का ते मानयोग PWD मंत्री जी का ते बाहरों आए लीडर साहबान का हल्के दे विच पहुंचण ते स्वागत करदा है। चमकौर साहब की धरती ਸਿੰਘਾਂ ਸ਼ਹੀਦਾਂ की धरती है। श्री गुरु गोबिंद सिंह जी की चरण छो प्राप्त धरती है। इत्थे साहब श्री गुरु गोबिंद सिंह जी के बड़े साहिबजादे बाबा अजीत सिंह जी, बाबा जुझार सिंह जी ने मानवता के लिए, देश के कौम के लिए अपनी शहादत दी, अपने खून के नाल इस धरती को पवित्र किया। अल्लाह यार खान ने इस धरती बारे लिखा है कि घर एक हिंद में तीर्थ है यात्रा के लिए, कटाए बाप ने बच्चे जहां खुदा के लिए, चमक है मेहर की है चमकौर तेरे जाटों में, सियारे यहीं से गए आसमां के लिए। सो अज बादल साहब तुसी इस धरती तो आए हो, तुहाडा स्वागत है। मैनू तुसी हुणे गल कर रहे सी कि हत्थां दी लकीरां भी बदल जांदियां। मैं आप अपनी जिंदगी हत्थां दी लकीरां बदलदियां देखी है कि मेरे हत्थां दी लकीरां चमकौर साहब दे ਸਿੰਘਾਂ शहीदां ने ते मेरे सामने जिहड़े गुरपीर बैठे है चमकौर साहब के लोगों ने बदली है। मैं जब पहली बारी MLA का इलेक्शन लड़िया चमकौर साहब को आजाद लड़िया ते मैनू चोन निशान मिल गया जहाज। जहाज यार मेरा तो कोई मेले नहीं सी, मैं साइकिल वाला मिल गया चोन निशान जहाज। मैं लोगों को हाथ जोड़ के एको गल कही थी, ये चमकौर साहब के लोगों तुसी गरीब का जहाज चढ़ा दो एक बार। ते मैं थोड़ा धन्नवादी हाँ चमकौर साहब वाले कि तुसी मेरे गरीब का जहाज चढ़ाया सी, अज मैनूं जहाज से घूमने का भी मौका मिल जाए। तो ये तुसी हो जिन्हां ने मेरे हत्थां दी लकीरां बदली है ते मैनूं चमकौर साहब का ही नहीं बल्कि पंजाब की सेवा करने का मौका मिल रहा है। इत्थे आपां थीम पार्क बना रहे ਸਿੰਘਾਂ शहीदां की याद दे विच। कैप्टन अमरिंदर सिंह जी का धन्नवादी हाँ कि उन्होंने ये बनाना शुरू किया, लेकिन उस तो बाद अकालियां की सरकार आ गई। मैं विधान सभा दे विच भी कई बार अकालियां नूं कहा, प्रकाश सिंह बादल जी को कहा कि यार थोड़ा मेरे नाल बैर हो सकता है, थोड़ा कैप्टन अमरिंदर नाल बैर हो सकता है, कांग्रेस नाल बैर हो सकता है, लेकिन थोड़ा ਸਿੰਘਾਂ शहीदां दे नाल क्या बैर है? तुसीं उन्हां दी यादगार क्यों रोकदे हो? लेकिन एक कहण नूं पंथक लोग है, लेकिन अकाली दल वाले चाहे वो सुखबीर है, चाहे मजीठिया, चाहे प्रकाश सिंह बादल है, ये राजनीतिक शीशे के विच हर चीज नूं देखते हैं। इन्हों पंथ के नाल कोई सरोकार नहीं है, ये कुछ नहीं समझते पंथ नूं, ये बेअदबियां भी करा देंगे है, ये अपनी राजनीति सही रखना चाहते हैं। ये राज की कुर्सी से बैठ के वो कढ़ाने हरकतां कराउंदे है ਜਿਹੜੀਆਂ देखिया ते सुनिया नहीं जा सकदियां। इन्होंने 10 साल थीम पार्क का काम रोक के रखा। मैनूं खुशी है कि हुण पूरा होने जा रहा है ते इसे 14 तरीक को आप उद्घाटन कर रहे हैं। मैं अपना पूरा खून पसीना लगा के
ਇੱਕ ਸ਼ਾਨਦਾਰ ਚੀਜ਼ ਪੇਸ਼ ਕੀਤੀ ਹੈ ਜਿਹੜੀ 14 ਤਰੀਕ ਨੂੰ ਅਸੀਂ ਪੰਥ ਨੂੰ ਸਮਰਪਿਤ ਕਰਾਂਗੇ। ਸਰਕਾਰਿਓ ਵੀਰੋ, ਮੈਨੂੰ 15 ਸਾਲ ਇੱਕ ਗੱਲ ਸੁਣਦੇ ਨੂੰ ਹੋ ਗਏ ਜਦ ਤੋਂ ਮੈਂ MLA ਬਣਿਆ ਕਿ ਜੇ ਬੇਲੇ ਦਾ ਪੁੱਲ ਲੱਗ ਜੇ ਫੇਰ ਤਾਂ ਕੋਈ ਹਲਾ ਹੀ ਨਹੀਂ ਸਕਦਾ। ਉਹ ਨਹੀਂ ਲੱਗ ਗਿਆ ਬੇਲੇ ਦਾ ਪੁੱਲ ਆ ਜੇ ਜੀ ਮਤਲਬ ਰੱਖਤਾ ਤਾਂ ਇਹ ਬੜੀ ਭਾਰੀ ਜ਼ਰੂਰਤ ਸੀ ਕਿਉਂਕਿ ਇਹਦੇ ਨਾਲ ਪਹਿਲਾਂ ਬੇਲੇ ਦਾ ਪੁੱਲ ਨਹੀਂ ਹੈ, ਇਹਦੇ ਨਾਲ ਸਿੰਘਾਂ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਹੈ, ਇਹਦੇ ਨਾਲ ਸਿੰਘਾਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਜੁੜੀ ਹੈ, ਇਹਦੇ ਨਾਲ ਗੁਰਦੁਆਰਾ ਦੁੱਖ ਨਿਵਾਰਨ ਪਟਿਆਲੇ ਦਾ ਜੁੜਿਆ। ਇਹ ਚੇਨ ਬਣ ਰਹੀ ਹੈ ਜਿਹੜੀ ਅੰਮ੍ਰਿਤਸਰ ਤੱਕ ਗੁਰੂ ਘਰ ਤੱਕ ਜਾਣੀ ਹੈ। ਇਹ ਗੁਰੂ ਘਰਾਂ ਨੂੰ ਛੋਟੇ ਭਰਾਵਾਂ ਨੂੰ ਵੱਡੇ ਭਰਾਵਾਂ ਦੇ ਨਾਲ, ਹਰਿਮੰਦਰ ਸਾਹਿਬ ਦੇ ਨਾਲ ਤੇ ਪਟਿਆਲੇ ਦੇ ਨਾਲ ਜੋੜਨ ਵਾਸਤੇ ਇਹਦੀ ਬੜੀ ਜ਼ਰੂਰਤ। ਇਹਦੇ ਨਾਲ ਸਾਡੇ ਹਲਕੇ ਦੀ ਤਰੱਕੀ ਦਾ ਰਾਹ ਖੁੱਲ੍ਹਣਾ, ਸਾਡੇ ਇੰਡਸਟਰੀ ਆਉਣੀ ਹੈ, ਸਾਡੇ GT ਰੋਡ ਬਣਨਾ ਹੈ, ਸਾਰੇ ਪੰਜਾਬ ਨੇ ਇਸ ਰਸਤੇ ਨੂੰ ਹੋ ਕੇ ਦਿੱਲੀ ਜਾਇਆ ਕਰਨਾ ਹੈ, ਸਾਡੇ ਆਮਦਨ ਦੇ ਸਾਧਨ ਵਧਣੇ। ਐਸੀ ਦਰਿਆ ਤੋਂ ਪਾਰ ਦੇ ਲੋਕਾਂ ਦੇ ਨਾਲ ਟੁੱਟੇ ਹੋਏ ਸੀ, ਅਸੀਂ ਉਹ ਜੁੜਨਾ ਹੈ। ਇਸ ਦੀ ਬਹੁਤ ਵੱਡੀ ਜ਼ਰੂਰਤ ਸੀ। ਸੱਚ ਕਹਿ ਕੇ ਗਏ ਹੈ ਸਾਡੇ PWD ਮੰਤਰੀ ਸਾਹਿਬ, ਮੈਨੂੰ ਇੰਨਾ ਮੁੱਖ ਮੰਤਰੀ ਬਣਨ ਦਾ ਖੁਸ਼ੀ ਨਹੀਂ ਹੋਈ ਜਿੰਨਾ ਇਹ ਪੁਲ ਬਣਾ ਕੇ ਖੁਸ਼ੀ ਹੋਈ। ਸੱਚੀ ਮੁੱਚੀ ਮੇਰੀ ਅੱਖਾਂ 'ਚ ਆਂਸੂ ਆਏ, ਲੇਕਿਨ ਇਹ ਖੁਸ਼ੀ ਦੇ ਔਰ ਇਹ ਜੋ ਕੰਮ ਹੋਇਆ ਇਹਦੇ ਵਾਸਤੇ ਜੇ ਇੱਕ ਬੰਦੇ ਨੂੰ ਕਿਸੇ ਨੂੰ ਫੇਰਾ ਦੇਣਾ ਹੋਵੇ ਤਾਂ ਉਹ ਸਰਦਾਰ ਮਨਪ੍ਰੀਤ ਸਿੰਘ ਬਾਦਲ। ਦਿਨ ਮਾੜੇ ਚੰਗੇ ਆਉਂਦੇ ਰਹਿੰਦੇ ਆ, ਸਾਡੀ ਸਰਕਾਰ ਦੇ ਵਿੱਚ ਨਹੀਂ ਕੁਝ ਸੀ, ਲੇਕਿਨ ਇਹ ਪੁਲ ਦੇ ਬਾਰੇ ਇਹਨਾਂ ਨੇ ਮੈਨੂੰ ਕਿਹਾ ਸੀ ਯਾਰ ਤੂੰ ਇੱਕ ਗੱਲ ਦੱਸ ਜਿਹੜੀ ਤੂੰ ਕਰਾਉਣਾ ਚਾਹੁੰਦਾ ਜ਼ਿੰਦਗੀ ਆਪਣੇ ਹਲਕੇ ਵਾਸਤੇ। ਮੈਂ ਕਿਹਾ ਜੀ ਦਿੱਲੀ ਦਾ ਪੁਲ ਬਣਾਉਣਾ ਚਾਹੁੰਦਾ। ਇਹਨਾਂ ਨੇ ਪੈਰਵਾਈ ਕੀਤੀ, ਪੈਸੇ ਪਾਸ ਕੀਤੇ, ਮੇਰੇ ਵੀਰ PWD ਮੰਤਰੀ ਨੇ ਇਹ ਗੱਲ ਨੂੰ ਸੰਭਾਲਿਆ ਤੇ ਅੱਜ 114 ਕਰੋੜ ਰੁਪਏ ਦੇ ਨਾਲ ਇਹ ਪੁਲ ਲੱਗਣਾ ਹੈ, ਜਿਹਦਾ ਆਪਾਂ ਨੀਂਹ ਪੱਥਰ ਰੱਖਿਆ ਤੇ ਇਹਦੇ ਨਾਲ ਹੀ 33 ਕਰੋੜ ਰੁਪਇਆ ਲੱਗ ਕੇ ਪੁਲ ਤੋਂ ਲੈ ਕੇ ਮਰੰਡੇ ਤੱਕ ਸੜਕ ਚੌੜੀ ਹੋ ਰਹੀ ਹੈ, ਜਿਹੜੀ ਕਿ ਡਬਲ ਹੋ ਜਾਣੀ ਹੈ। ਕਿਤੇ ਕਿਤੇ 4 ਲਾਈਨ ਵੀ ਵਿੱਚ ਬਣਨੀ ਹੈ, ਉਹ ਸਾਰਾ ਕੁਝ ਡਿਜ਼ਾਈਨ ਦੇ ਵਿੱਚ। ਨਹਿਰ ਦੇ ਉੱਪਰ ਪੁਲ ਡਬਲ ਕਰਨਾ ਹੈ, ਇਹ ਵੀ ਇਹਦੇ ਨਾਲ ਹੀ ਹੈ। 114 ਕਰੋੜ ਰੁਪਏ ਤੋਂ ਉੱਪਰ ਹੈ, 33 ਕਰੋੜ ਰੁਪਏ ਦੀ ਸੜਕ ਚੌੜੀ ਹੋਣੀ ਹੈ, 10 ਕਰੋੜ ਰੁਪਏ ਦਾ ਪੁਲ ਲੱਗਣਾ। ਸੋ ਇੱਕ ਸ਼ਾਨਦਾਰ ਇਹ ਰਸਤਾ ਸਾਡੇ ਇਲਾਕੇ ਦੀ ਦਿੱਖ ਬਦਲਣ ਵਾਸਤੇ, ਸੁੰਦਰ ਬਣਾਉਣ ਵਾਸਤੇ ਇਹ ਸਾਡੇ ਕੰਮ ਆ ਰਿਹਾ ਹੈ। ਇਸ ਲਈ ਮੈਂ ਮਨਪ੍ਰੀਤ ਸਿੰਘ ਬਾਦਲ ਜੀ ਦਾ ਤੇ ਸਾਡੇ PWD ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਵੱਡੀ ਦੇਣ ਸਾਡੇ ਇਲਾਕੇ ਨੂੰ ਦਿੱਤੀ। ਸੋ ਇਲਾਕੇ ਵਾਲਿਓ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਬਹੁਤ ਬੜੀ ਮੰਗ ਆਪਣੀ ਪੂਰੀ ਹੋਈ ਹੈ, ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਇਹ ਸਾਡੀ ਮੰਗ ਸੀਗੀ, ਇਹ ਸਾਡੀ ਪੂਰੀ ਹੋ ਗਈ। ਇਸ ਦੇ ਨਾਲ ਹੀ ਇਸ ਦੇ ਉੱਤੇ ਯੂਨੀਵਰਸਿਟੀ ਬਣ ਰਹੀ ਹੈ। 97 ਕਰੋੜ ਰੁਪਏ ਦਾ ਕੰਮ ਚੱਲ ਰਿਹਾ ਬਿਲਡਿੰਗ ਦਾ, ਪਹਿਲਾ ਲੈਂਟਰ ਪੈ ਗਿਆ, ਅਗਲੇ ਪੈਣੇ ਸ਼ੁਰੂ ਹੋਏ ਵੇ। ਇਸੇ ਸਾਲ ਦੇ ਵਿੱਚ ਅਸੀਂ 31 ਮਾਰਚ ਤੱਕ ਇਸ ਬਿਲਡਿੰਗ ਨੂੰ ਕੰਪਲੀਟ ਕਰਨ ਦਾ ਸੁਪਨਾ ਦੇਖ ਰਹੇ ਹਾਂ ਤੇ ਬੜੀ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ। ਯੂਨੀਵਰਸਿਟੀ ਅੱਜ ਤੱਕ ਜਲੰਧਰ ਹੈ ਜਾਂ ਪਟਿਆਲੇ ਹੈ ਜਾਂ ਅੰਮ੍ਰਿਤਸਰ ਹੈ, ਚੰਡੀਗੜ੍ਹ ਹੈ। ਉਸ ਤੋਂ ਬਾਅਦ ਆਪਣੇ ਸਰਕਾਰੀ ਯੂਨੀਵਰਸਿਟੀ ਬਣ ਰਹੀ ਹੈ 42 ਏਕੜ ਦੇ ਵਿੱਚ ਤੇ ਇੱਥੇ ਹਜ਼ਾਰਾਂ ਬੱਚਿਆਂ ਨੇ ਪੜ੍ਹਨਾ ਹੈ, ਇੱਥੋਂ ਹੀ ਨੌਕਰੀਆਂ ਮਿਲੇ ਕਰਨੀਆਂ। ਸਕਿੱਲ ਯੂਨੀਵਰਸਿਟੀ ਬਣ ਰਹੀ ਹੈ, ਬਾਹਰਲੇ ਦੇਸ਼ਾਂ ਦੇ ਨਾਲ ਇਸ ਯੂਨੀਵਰਸਿਟੀ ਨੇ ਅਟੈਚ ਹੋਣਾ। 2 ITI ਕਾਲਜ ਬਣ ਰਹੇ ਆਪਣੇ ਹਲਕੇ। ਸੜਕਾਂ ਕੋਈ ਨਹੀਂ ਛੱਡੀ, ਕੱਚੀ ਤੇ ਪੱਕੀਆਂ ਬਣਾ ਰਹੇ। ਪੱਕੀਆਂ ਪਹਿਲੇ ਸਾਡੀਆਂ ਠੀਕ ਹੈ, ਜਿਹੜੀਆਂ ਤੇ ਨਹੀਂ ਉਹਨਾਂ ਨੂੰ ਵੀ ਕਰ ਰਹੇ। ਅੱਜ ਮੈਂ ਧੰਨਵਾਦੀ ਹਾਂ ਕਿ ਮੈਂ ਖਾਲਸਾ ਸਕੂਲ ਖਰੜ ਦੇ ਵਿੱਚ ਪੜ੍ਹਿਆ। ਇੱਕ ਪਾਰਟੀ ਦਾ ਲੀਡਰ ਕਹਿੰਦਾ ਜੀ ਇਹ ਤਾਂ ਡੁਪਲੀਕੇਟ ਆਮ ਆਦਮੀ ਆ ਗਿਆ।
मैं कहना असली आम आदमी है। मैं दसिया मैं क्या यार कोई होर गल ना कर, ये कोई करने वाली गल है। उन्होंने जे पूछे भी किस तरह गड्ढे वाली चटनी बनती है या किस तरह पुदीने की चटनी गर्म रोटी पर आके स्वाद दिंदी है, कदे देखिया? इन्हां लोगों को क्या पता है कि बासी रोटी का स्वाद क्या है ते ताजी का क्या है? मेरी बीबी, मैं स्कूल से आया 5वीं ਦੇ ਵਿੱਚ ਸੀਗਾ मैं अपने पिंड, साडे घर के बाहर ही खूह है सामने, नाल ही साडा चूल्हा सीगा गली के नाल ही। चूल्हे पर तक नहीं होती, अपने घर च नाई सीगी साडे। तो मैं जब स्कूल के विचों आया, बीबी रोटियां पका लो, मैं रोटी कहनी रोटी खा ले, मैं रोटी खाण लगे, मेरे अज तक ये गल याद है। तो उन्हें बासी रोटी मैनू मक्की की रख दी। मैं क्या मैं बासी नहीं खानी, मैं जी चूल्हे के खड़ी है रोटी वो खानी। हूँ इन्होंने लोगों को क्या पता भी कि मक्की की रोटी चूल्हे किस तरह खड़ती है। जेड़े कहते जी असली असली आम आदमी है, मैं क्या वो खाऊंगा जी तार के चूल्हे खड़ी करी है। कहती मैं तेन यही खिलानी। मैं क्या नहीं, मैं नहीं खाता, मैं तो वो खाऊँ। आखिर में क्या होया, बीबी मैं कहती भी चल ठीक है, मैं तेनों असली वो खा दी जी ताजी पकड़ी है, अंदर से मैं आटा लिया के दे। तुहानूं पता अंदर आटे के विच आटा रखण वास्ते अपने एक मिट्टी के बनाए होंगे सी, मैं उन्हें आटा कट के बीबी को जाके दे। तो उन्हें मैनूं जी चूल्हे विच रोटी खड़ी सी वो दी। मैं देखो मेरा भाई रोन लग गया, वो रोटी मैनूं दी, मैं खा ली। तो मैं बाद मेरी माँ ने दसिया कि देखा फिर भैन सी मैं किस तरह कहती जद तू अंदर गया सी मैं रोटी खड़ी कर दी सी। रोटी मैनू वही खिलाई उन्हें बासी, लेकिन मैं भी खुश हो गया कि मैनू असली रोटी खिलाई। तो ये चीज़ा इन्होंने लोगों को क्या पता है कौन होता है आम आदमी? इन्होंने क्या पता कि इतना गरीबी के लोग कटते हैं साढ़े पिंडा के विच। किस तरह किसान का मुंडा सवेरे तड़के से पानी लाने जाता है, किस तरह जब लाइट नहीं आती किसान का मुंडा तंग होता रात को खेतों के। किस तरह साडा मजदूर रोज गोहा कूड़ा करके दिन कटता है। इन्होंने लोगों को क्या पता है कौन है आम आदमी पंजाब का, किस तरह गरीबी चो निकलना है, किस तरह गरीबी चो लोगों को कढ़ना है। ये लोग नहीं जानते। ये सानू भरमाउंदे, सानू उकसाउंदे, सानू लड़ाउंदे जातिवाद के नाम पर, धर्म के नाम पर। मैं दिल्ली के विच गया, होम मिनिस्टर साहब को हाथ जोड़ के बेनती की कि मुख्यमंत्री जेड़ा मर्जी बन जाए, कोई पार्टी आवे, मैनू कोई क्यों नहीं, लेकिन हाथ जोड़ के बेनती है मेरे पंजाब के विच धार्मिक दंगे ना हो, एकता रहे लोगों के विच, एक आदि के फर्क। तो सत्कारयोग वीरो, मेरे जितनी ताकत है, मैं पिछले इलेक्शन के विच लोगों को कहा कि एक बार सिंघां नूं हथ पै लैण दिओ, फिर जो कहोगे वो करना। हो रहा कि नहीं चमकौर जो तुम कहते एक काम हो रहा कि नहीं? हाथ खड़े करके दसो जो हो रहे सारे काम। तो मैं आज बेनती करना चाहता है सत्कारयोग वीरो, एक बेनती करनी है कि मैं गरीब हो सकता है, गरीब परिवार से हो सकता है, लेकिन कमजोर नहीं है। जो भी मसले है ये जरा सिंघां नूं हथ पिया ना, इन्ना तगड़ा पा के पंजाब के मसले हल करांगा कि घर घर दे विच लोग कहणगे घर घर दे विच चली गल चन्नी करना मसले, सारे मसले हल करांगे। बेअदबी का मसला सीधे राह पै गया। SIT वाले ने जो करना कानून ने करना है, जज तो परमिशन ले ली है बाबा तक पहुंचने की।
हाई कोर्ट से उन्होंने अपील करी कि जी नहीं होना चाहिए। हाई कोर्ट तो साढ़े वकील जीत गए, उन्होंने जेल में जाके पूछने का इजाजत देती है। ना बेअदबी का मसला रहेगा, मेरे गुरु का मसला है, पंजाब की रूह का मसला है, इनू हल करके देवांगे। ना नशा का रहेगा, साढ़े नशे वाली पहल पिछले 5-6 साल को बादलों ने भी, साढ़े वाले ने भी रोई रखी। साढ़े वकीलों ने, अपनी सरकार के वकीलों ने दोबारे को खुलने वास्ते पैसा कर लिया, लगातार केस चल रहे हैं। परमात्मा ने चाहा कि 18 तरीक को ये फैल खुल जानी है, लिफाफा जो बन जाए वो पता लग जाना किहड़े है। ना मैं सौना, ना मैं उन्होंने सौन देना जिन्होंने नशा बेच के पंजाब के लोगों को गालिया, जिन्होंने पंजाब की जवानी गाली है। हिसाब किताब इतनी देना पैना है। भजन लगे है, भजना इन्होंने, लेकिन भज्जे भी अभी भजन नहीं देने जिन्होंने पंजाब के लोगों को गालिया। सो चमकौर साहब वाले तुम मेरे माँ बाप हो, नानके मेरे मकड़ौनिया, मैं इतने पैदा होया। वो टीवी वाले ने वो भी घर देखा जिसे मैं पैदा होया, 2 खान का, जिसे जम्मिया सी माँ के घर आके। सो एक थोड़ा विश्वास देना चाहता है, बहुत ही गल्लां नहीं करनिया कि चमकौर साहब के लोगों की पगड़ी नूं दाग नहीं लगन देवांगा। एक बार मेरा विश्वास ईमानदारी के नाल, नेक नीति के नाल पंजाब को रिश्वतखोरी खत्म कर रही है। पंजाब के लोगों को एक चंगा माहौल देना है। तुसी बाजार में जाके देखो, पूछो दुकानदारों को आ दिवाली या पिछली दिवाली क्या फर्क है। किसी सिपाही ने, किसी हौलदार ने, किसी थानेदार ने, किसी दुकानदार को ये नहीं जाके कहा भी चको बड़ी हुए थे लियाओ इतने पैसे। पहला क्या करते थे, सवेरे जाके डंडिया सारे उठाता, उसके बाद हिसाब किताब हो गया, शाम को सारे पटाता। ऐसी यह कुछ नहीं होया। चमकौर मेरे मुंडे कराड़ी को पटाखे खरीदे हर बार। रात को 11 बजे दिवाली को 2 दिन पहला पटाखे खरीद गए। वो पहला टाइम हैरान हो गए भी मुख्यमंत्री के मुंडे भी तेरे पटाखे खरीदे लाए करते घर जाते होंगे पटाखे। चलो खैर, कहते भी तुम आए हो, इन्ना धन्यवाद। उन्होंने रात को 2 बजे आके मुंडिया ने मैं दसिया कि सारा कराली का शहर धन्यवाद कर रहा थी कि यही जी ऐसी दिवाली लगी, ऐसी कभी दिवाली यही जी हुई है। ये हुई है गरीब की दिवाली असली। ऐसी गरीब के घर दीवा बड़े है। पटाखे बेचने वाले पटाखे बेचने का मौका मिले, खेल जिन्ना वालों खेल जिन्ना का, जिन्ना पंजाब के दुकानदार ऐसी खुश होया इन्ना कदे वधिया दिवाली नहीं। तो मैं ज़्यादा लंबा ना गल्लां करदा होया तुहानूं सारिआं नूं बहुत बहुत बधाई। सरदार मनप्रीत बादल जी तुहाडा बहुत बहुत धन्यवाद। सिंगला साहब तुहाडा बहुत बहुत धन्यवाद। इन्हां दी देन है जिन्होंने सानूं वोट दिता है, साडे इलाके के लोग याद रखणगे। तो ऐसी भी अज जिन्ना खुशी का दिन अपने इलाके वास्ते है, परमात्मा इस तरह के खुशी के दिन सारे इलाके वाले वास्ते लेके आवे। और मैं तुहानूं विश्वास होना है कि पंजाब के विच सही मायने च राम राज पैदा करके दिखावांगे। और एक बहुत ही अच्छा पारदर्शी प्रदर्शन प्रशासन पंजाब में मिलेगा। पर कल मैं होर बहुत तगड़े ऐलान 4 बजे करने जा रहे हैं, उन्होंने उम्मीद करते हो। वाहिगुरू जी का खालसा, वाहिगुरू जी की फतेह। धन्यवाद मुख्यमंत्री साहब। हुण एक मान सम्मान की रस्म मेले के लोगों के चाह ने कि इन्हां लंबियां उड़ीकां बाद साडी ये मांग पूरी करवाई है। मैं सरदार ज्ञान सिंह डायरैक्टर मार्कफेड, लखविंदर सिंह सरपंच बेला, रोहित सब्रवाल ते सहज ग्रुप नूं बेनती करांगा कि वो अगे आउण अते साडे मुख्य मंत्री जी, वित्त मंत्री जी, PWD मिनिस्टर जी अते MLA बलाचौर
ਚੌਧਰੀ ਦਰਸ਼ਨ ਲਾਲ ਮੰਗੂਪੁਰ ਜੀ ਅਤੇ ਸਾਡੇ ਬਹੁਤ ਹੀ ਪਿਆਰੇ ਨਵਜੀਤ ਸਿੰਘ ਨਵੀ ਜੀ ਨੂੰ ਸਨਮਾਨਿਤ ਕਰਨਗੇ ਪਿਆਰ ਨਿਸ਼ਾਨੀ ਨਾਲ। ਸਾਡੇ ਮੁੱਖ ਮੰਤਰੀ ਸਾਹਿਬ ਦੀ ਨਿਮਰ ਸ਼ਖਸੀਅਤ ਤੇ ਇਹ 17 बड़ियां टुकड़ियां हैं। उम्र भर पिघले हैं लेकिन मिटे नहीं, हस्ती है इनकी मोह में लोहा मिले हुए। आम लोगों के मुख्यमंत्री, आम लोगों के दर्द नाल हमेशा वाह वास्ता रखने वाले मुख्यमंत्री सरदार चरणजीत सिंह चन्नी जी हमेशा पंजाब के लोगों और पंजाब के हितों से पहरा देने लई वचनबद्ध हैं। धन्यवाद आप सबका। यूएसए ਦੇ ਇਸ ਗੁਰੂ ਘਰ ਵਿੱਚ ਪੰਜਾਬੀਆਂ ਨੇ ਦੀਵਾਲੀ ਤੇ ਬੰਨੇ ਰੰਗ ਲਾਏ ਲੰਗਰ। जीवन मुक्त करे ओडीला, सतगुर बंदी छोड़ है, सतगुर बंदी छोड़ है। जपो सतगुर बंदी छोड़ है, सतगुर बंदी छोड़ है। ਬੰਦੀ ਛੋੜ ਦਿਵਸ ਜਿੱਥੇ ਭਾਰਤ 'ਚ ਗੁਰੂ ਘਰ ਸਜਾ ਕੇ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਹੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਦਾ ਬਾਹਰਲੇ ਦੇਸ਼ਾਂ ਵਿੱਚ ਵੀ ਬੜਾ ਉਤਸ਼ਾਹ ਵੇਖਣ ਨੂੰ ਮਿਲਿਆ। ਇਹ ਤਸਵੀਰਾਂ ਅਮਰੀਕਾ ਦੇ ਗੁਰਦੁਆਰਾ ਬ੍ਰੇਡ ਸ਼ਾਹ ਦੀਆਂ ਹਨ, ਜਿੱਥੋਂ ਦੇ ਲੋਕਾਂ ਨੇ ਬੰਦੀ ਛੋੜ ਦਿਵਸ ਮੌਕੇ ਤੇ ਗੁਰੂ ਘਰ ਸਜਾ ਕੇ ਲੰਗਰ ਲਗਾਇਆ ਤੇ ਦੀਪਮਾਲਾ ਕਰਦਿਆਂ ਇੱਕ ਦੂਜੇ ਨੂੰ ਵਧਾਈ ਦਿੱਤੀ।